ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਕਿ ਹੁਣ ਆਪਣਾ ਨੈਕਸਟ ਚੈਪਟਰ ਚੱਲਣ ਵਾਲਾ ਕੈਮਿਸਟਰੀ ਦਾ, ਤਾਂ ਅੱਜ ਆਪਾਂ ਕਰਨਾ ਨੈਕਸਟ ਵਾਲਾ। ਅੱਜ ਆਪਾਂ ਤੁਹਾਡੇ ਸਾਹਮਣੇ ਹੀ ਹੈ ਨਾਮ ਕਿ ਕਿਹੜਾ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ। ਤਾਂ ਇਹ 2 ਲੈਕਚਰ ਦੇ ਵਿੱਚ ਮੈਂ ਖਤਮ ਕਰ ਦੂੰਗਾ ਇਹਨੂੰ, ਜ਼ਿਆਦਾ ਨਹੀਂ ਆਪਾਂ ਇਹਨੂੰ ਖਿੱਚਣਾ। ਬਸ ਤੁਹਾਡੇ ਬੇਸਿਕ ਜਿਹੜੇ ਕਨਸੈਪਟ ਆ ਉਹ ਕਲੀਅਰ ਹੋਣੇ ਚਾਹੀਦੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਜ਼ਰੂਰੀ ਹੈ। ਠੀਕ ਹੈ, ਉਤੋਂ ਵੀ ਕਹਿ ਲਓ ਕਿ ਤੁਹਾਨੂੰ ਜਿਹੜੇ ਮੇਨ ਤੇ ਮੋਸਟ ਇੰਪੋਰਟੈਂਟ ਕੁਐਸਚਨ ਆ ਉਹੀ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ। ਥੋੜਾ ਬਹੁਤ ਮੋਲਡ ਕੀਤਾ ਹੋ ਸਕਦਾ, ਨਹੀਂ ਤਾਂ ਉਹੀ ਆਊਗਾ। ਆਪਣੇ ਕੋਲ ਕੀ ਅੱਜ ਜਿਹੜਾ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਟਫ ਲੱਗਦਾ ਨਾ, ਇਹ ਵਾਲਾ ਚੈਪਟਰ ਕੈਮੀਕਲ ਰਿਐਕਸ਼ਨਸ ਤੇ ਇਕੁਏਸ਼ਨ। ਅੱਜ ਮੈਂ ਕਰਾਉਂਗਾ ਦੇ ਬੇਸਿਕਸ ਜਿੰਨੇ ਤੁਹਾਨੂੰ ਯਾਦ ਹੋਣਗੇ ਬਸ ਉਨੇ ਕਰਾਉਂਗਾ, ਜ਼ਿਆਦਾ ਨਹੀਂ ਤੁਹਾਨੂੰ ਕਹਿ ਲਓ ਕਿ ਇਹਨੂੰ ਵਿੱਚ ਖਿੱਚਣਾ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕੀ ਕਰਾਂਗੇ ਕਿ ਸਕਿਪ ਨਹੀਂ ਕਰਨੀ ਵੀਡੀਓ। ਜੇ ਤੁਸੀਂ ਚੰਗੀ ਤਰ੍ਹਾਂ ਇਸ ਬਾਰੇ ਸਮਝਣਾ, ਫਿਰ ਤੁਸੀਂ ਕਹੋਗੇ ਕਿ ਸਰ ਪਤਾ ਨਹੀਂ ਲੱਗਿਆ ਕਿਹੜੀਆਂ ਚੀਜ਼ਾਂ ਕਿਵੇਂ ਸੀ, ਜਾਂ ਪੰਜਾਬੀ ਵਿੱਚ ਕਰਾਓ। ਹੁਣ ਬੋਲੀ ਮੈਂ ਪੰਜਾਬੀ 'ਚ ਹੀ ਜਾਂਦਾ, ਬਸ ਤੁਸੀਂ ਨਾਮ ਹੀ ਯਾਦ ਰੱਖਣੇ ਔਰ ਕੁਝ ਨਹੀਂ ਕਰਨਾ। ਚਲੋ ਸ਼ੁਰੂ ਆਪਾਂ ਕਿੱਥੋਂ ਕਰਦੇ ਹਾਂ। ਆਪਣੇ ਕੋਲ ਚੈਪਟਰ ਦਾ ਨਾਮ ਕੀ ਹੈ? ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨ। ਧਿਆਨ ਨਾਲ ਸੁਣ ਲਿਓ, ਬਸ ਵੱਧ ਤੋਂ ਵੱਧ ਅੱਧਾ ਘੰਟਾ ਲਾ ਲਾਂਗੇ ਆਰਾਮ ਨਾਲ, ਹੋਰ ਕੋਈ ਗੱਲ ਨਹੀਂ ਕਰਦੇ ਵਿੱਚ। ਲਓ ਹੁਣ ਬੇਸ ਕਿੱਥੋਂ ਬਣੂਗਾ ਇਹਦਾ? ਬੇਸ ਆਪਣੇ ਕੋਲ ਇਹ ਬਣੂਗਾ ਕਿ ਕੈਮੀਕਲ ਰਿਐਕਸ਼ਨ ਕੀ ਹੁੰਦੇ ਆ ਤੇ ਕੈਮੀਕਲ ਇਕੁਏਸ਼ਨ ਕੀ ਹੁੰਦੀਆਂ। ਫਿਰ ਆਪਾਂ ਅੱਗੇ ਚੱਲਾਂਗੇ ਕਿ ਇਹਨਾਂ ਦੇ ਵਿੱਚ ਕੀ ਕੀ ਆਊਗਾ। ਠੀਕ ਹੈ, ਕੈਮੀਕਲ ਰਿਐਕਸ਼ਨ ਦਾ ਸਿੱਧਾ ਹਿਸਾਬ ਲਾ ਲਓ ਤੁਸੀਂ ਕਿ ਜਦੋਂ ਦੋ ਚੀਜ਼ਾਂ ਜਾਂ ਸਬਸਟੈਂਸ ਆਪਸ ਵਿੱਚ ਕੀ ਹੈ? ਆਪਸ ਵਿੱਚ ਮਿਲਾਏ ਜਾਂਦੇ ਆ। ਠੀਕ ਹੈ, ਤੇ ਤੀਜੀ ਕੋਈ ਚੀਜ਼ ਬਣਦੀ ਹੈ, ਉਹਨੂੰ ਕੀ ਕਵਾਂਗੇ? ਕੈਮੀਕਲ ਰਿਐਕਸ਼ਨ। ਠੀਕ ਹੈ, ਇੰਨਾ ਕੰਸੈਪਟ ਕਲੀਅਰ ਹੋ ਗਿਆ ਕਿ ਕੈਮੀਕਲ ਰਿਐਕਸ਼ਨ ਦੀ ਆਪਣੇ ਕੋਲ ਕੀ ਹੈ ਡੈਫੀਨੇਸ਼ਨ ਕੀ ਸੀਗੀ, ਜਮਾਂ ਸੌਖੇ ਤਰੀਕੇ ਨਾਲ, ਕੋਈ ਕਿਤਾਬਾਂ ਵਾਲੀ ਨਹੀਂ, ਕੋਈ ਕੁਛ ਨਹੀਂ। ਠੀਕ ਹੈ, ਬਿਲਕੁਲ ਸੌਖੇ ਤਰੀਕੇ ਨਾਲ। ਹੁਣ ਇਹਨੂੰ ਮੈਂ ਇੰਗਲਿਸ਼ 'ਚ ਵੀ ਲਿਖ ਦਿੰਦਾ, ਜਿਹੜੇ ਬੱਚਿਆਂ ਨੇ ਯਾਦ ਕਰਨਾ ਇਹ ਪ੍ਰੋਸੈਸ ਬਿਲਕੁਲ ਸੌਖੇ ਦੇਸੀ, ਕੋਈ ਕਿਤਾਬੀ ਨਹੀਂ, ਕੋਈ ਕੁਛ ਨਹੀਂ, ਯਾਦ ਹੀ ਕਰ ਲਓ ਬਸ ਇਨ ਵਿੱਚ। ਕਿਉਂਕਿ ਤੁਹਾਨੂੰ ਉੱਥੇ ਕਿਸੇ ਨੇ ਨਹੀਂ ਕਹਿਣਾ ਕਹਿੰਦੀ ਲਿਖ ਕੇ ਦਿਖਾਓ ਡੈਫੀਨੇਸ਼ਨ, ਉੱਥੇ ਤੁਹਾਨੂੰ ਕੰਸੈਪਟ ਦਿਮਾਗ 'ਚ ਹੋਣਾ ਚਾਹੀਦਾ ਕਿ ਇਹ ਹੁੰਦੀ ਕੀ ਹੈ ਚੀਜ਼। ਵਨ ਔਰ ਠੀਕ ਹੈ ਮੋਰ ਸਬਸਟੈਂਸਸ, ਉਹੀ ਚੱਲੀਆਂ ਨੇ ਗੱਲਾਂ, ਮੋਰ ਸਬਸਟੈਂਸਸ। ਅੱਧੇ ਮੈਂ ਵੇਖਦਾ ਰਹਿੰਦਾ 15-17 ਬੱਚੇ ਦੇਖਦੇ ਰਹਿੰਦੇ ਕਲਾਸ, ਕਿਉਂਕਿ ਉਹਨਾਂ ਨੂੰ ਜ਼ਿਆਦਾ ਇੰਟਰਸਟ ਹੈ। ਬਾਕੀ ਤਾਂ ਕਹਿੰਦੇ ਆ ਵੀ ਸਾਇੰਸ ਸਾਨੂੰ ਆਣੀ ਨਹੀਂ। ਆਲਸੋ ਕੋਲਡ, ਠੀਕ ਹੈ, ਰਿਐਕਟੈਂਟਸ। ਦੇਖ ਲਓ ਇਹਨੂੰ ਕੀ ਕਹਿੰਦੇ ਆ, ਇਹ ਚੀਜ਼ਾਂ ਚਲੋ ਮੈਂ ਬਾਅਦ ਚੋਂ ਕਰਾਉਂਗਾ ਰਿਐਕਟੈਂਟਸ ਵਾਲੀਆਂ। ਠੀਕ ਹੈ, ਆਲਸੋ ਕੋਲਡ ਰਿਐਕਟੈਂਟਸ। ਇਹ ਰਿਐਕਟੈਂਟਸ ਤੇ ਮੈਂ ਤੁਹਾਨੂੰ ਹੁਣੇ ਬਾਅਦ ਚੋਂ ਕਰਾਉਂਗਾ, ਫਿਰ ਕਹੋਗੇ ਤੁਸੀਂ ਆਹ ਕੀ ਕਰਾਤਾ ਸਰ। ਹੁਣ ਇਹਦੇ ਵਿੱਚ ਕੀ ਹੈ, ਪਹਿਲਾਂ ਮੈਨੂੰ ਪੈਨ ਲੈ ਲੈਂਦੇ। ਹੁਣ ਦੇਖੋ ਇਹ ਪ੍ਰੋਸੈਸ ਇਨ ਵਿੱਚ ਵਨ ਔਰ ਮੋਰ ਸਬਸਟੈਂਸਸ, ਠੀਕ ਹੈ, are converted to ठीक है one or more different substances, ठीक है, इतने लेते हैं substances। ਉਹਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਆਪਾਂ ਕਹਿੰਦੇ ਆ ਕੈਮੀਕਲ ਰਿਐਕਸ਼ਨ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ? ਕੈਮੀਕਲ ਰਿਐਕਸ਼ਨ ਕੀ ਹੁੰਦਾ? ਰੀਅਰੇਂਜ ਕਰ ਦਿੰਦਾ ਕਨਸਟੀਟਿਊਟ ਐਟਮ ਆਫ ਜਿਹੜੇ ਕੀ ਹੈ ਰਿਐਕਟੈਂਟ ਦੇ। ਇੰਨਾ ਜ਼ਿਆਦਾ ਆਪਾਂ ਡੀਪ ਜਾਣਾ ਨਹੀਂ, ਮੈਂ ਪਹਿਲਾਂ ਕਿਹਾ ਕਿ ਕੰਸੈਪਟ ਪੜੋ ਬਸ। ਹੁਣ ਪਹਿਲਾਂ ਕੈਮੀਕਲ ਰਿਐਕਸ਼ਨ ਯਾਦ ਕਰੋ ਕਿ ਇਹ ਪ੍ਰੋਸੈਸ ਹੁੰਦਾ ਇੱਕ, ਠੀਕ ਹੈ, ਜਿੰਦੇ ਵਿੱਚ ਕੀ ਹੈ ਇੱਕ ਜਾਂ ਦੋ ਚੀਜ਼ਾਂ ਸਬਸਟੈਂਸ ਕੀ ਹੈ ਉਹ ਕਾਹਦੇ 'ਚ ਕਨਵਰਟ ਹੋ ਜਾਂਦੇ ਆ, ਇੱਕ ਜਾਂ ਦੂਜੇ ਡਿਫਰੈਂਟ ਸਬਸਟੈਂਸ ਦੇ ਵਿੱਚ। ਹੁਣ ਸਰ ਇਹਦੀ ਐਗਜ਼ਾਮਪਲ ਵੀ ਦੇ ਦਿਓ, ਐਗਜ਼ਾਮਪਲ ਵੀ ਦੇ ਦਿੰਦੇ ਆ। ਕੈਮੀਕਲ ਰਿਐਕਸ਼ਨ ਦੀ ਜਿਹੜੀ ਕਹਿ ਲਓ ਕਿ 90%, ਕਿਉਂਕਿ ਸਾਇੰਸ ਦੇ ਵਿੱਚ ਜਿੰਨਾ ਵੀ ਕੁਝ ਕਰੋਗੇ ਨਾ ਤੁਸੀਂ, ਜਿੰਨਾ ਵੀ ਕੁਝ ਮੋਸਟਲੀ ਕੈਮਿਸਟਰੀ ਤੇ ਬਾਇਓ ਦਾ ਵੀ ਮੰਨ ਕੇ ਚੱਲੋ, ਜਾਂ ਮੇਨ ਕੈਮਿਸਟਰੀ ਮੰਨ ਕੇ ਚੱਲੋ, ਕਿ ਜਿੰਨਾ ਵੀ ਕੁਝ ਇਹਦੇ ਵਿੱਚ ਪੜੋਗੇ ਨਾ, ਇਹਦੇ ਵਿੱਚ ਤੁਸੀਂ ਕੋਈ ਵੀ ਚੀਜ਼ ਨੂੰ ਇਹ ਨਹੀਂ ਕਹਿ ਸਕਦੇ ਕਿ 100% ਹੈ। ਠੀਕ ਹੈ, ਰੀਜ਼ਨ ਕੀ ਹੈ ਕਿ ਉਹਦਾ ਹਮੇਸ਼ਾ ਕੋਈ ਨਾ ਕੋਈ ਇੱਕ ਨੈਗੇਟਿਵ ਪੁਆਇੰਟ ਵੀ ਨਿਕਲਿਆ ਆਉਂਦਾ ਹੁੰਦਾ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸੂ, ਜਿਹਨੂੰ ਆਪਾਂ ਕਹਿੰਦੇ ਨੇ ਐਕਸੈਪਸ਼ਨ। ਠੀਕ ਹੈ, ਹੁਣ 90% ਮੈਂ ਤਾਂ ਹੀ ਲਿਖਿਆ ਕਿ 90% ਜਿਹੜੇ ਕੈਮੀਕਲ ਰਿਐਕਸ਼ਨ ਹੁੰਦੇ ਆ ਉਹਨਾਂ ਵਿੱਚ ਕੀ ਹੈ ਕਿ ਦੋ ਚੀਜ਼ਾਂ ਤੋਂ ਬਣ ਕੇ ਨਵੀਂ ਕੋਈ ਤੀਜੀ ਚੀਜ਼ ਬਣਦੀ ਹੈ। ਤੀਜੀ
ਇੱਕ ਚੀਜ਼ ਹੋ ਸਕਦੀ ਹੈ ਜਾਂ ਦੋ ਵੀ ਹੋ ਸਕਦੀਆਂ, ਠੀਕ ਹੈ। ਹੁਣ ਐਗਜ਼ਾਮਪਲ ਇਹਦੀ ਕੀ ਹੈ ਕਿ ਮੰਨ ਕੇ ਚੱਲੋ ਇਹਦੇ ਵਿੱਚ ਆਪਾਂ ਕੀ ਬਣਾਇਆ, ਤੁਸੀਂ ਹੁਣ ਲੈ ਲਏ ਪਿਆਜ਼, ਮੈਂ ਜਿੰਨਾ ਸੌਖਾ ਹੋ ਸਕੇ ਇਦੋਂ ਸੌਖੀ ਸਾਇੰਸ ਨਹੀਂ ਤੁਸੀਂ ਕੀਤੀ ਹੋਣੀ ਕਿਤੇ ਵੀ। ਪਿਆਜ਼ ਲੈ ਲਏ ਤੇ ਆਲੂ ਲੈ ਲਏ, ਠੀਕ ਹੈ, ਤੇ ਨਾਲ ਆਪਾਂ ਲੈ ਲਿਆ ਮਸਾਲਾ। ਹੁਣ ਦੋ ਜਾਂ ਤਿੰਨ ਚੀਜ਼ਾਂ ਮਿਲ ਗਈਆਂ, ਪਿਆਜ਼ ਵੀ ਮਿਲ ਗਏ, ਇੱਕ ਆਲੂ ਵੀ ਮਿਲ ਗਏ ਤੇ ਨਾਲ ਮਸਾਲਾ ਮਿਲ ਗਿਆ, ਆਲੂ ਦੀ ਸਬਜ਼ੀ ਬਣ ਗਈ, ਆਲੂ ਦੀ ਸਬਜ਼ੀ। ਮੈਂ ਬਿਲਕੁਲ ਸੌਖੀ ਐਗਜ਼ਾਮਪਲ ਦੇ ਰਿਹਾ। ਤਾਂ ਆ ਆਪਣੇ ਕੋਲ ਕੀ ਹੋ ਗਿਆ, ਕੈਮੀਕਲ ਰਿਐਕਸ਼ਨ ਹੋ ਗਿਆ ਕਿ ਇੱਕ ਨਵੀਂ ਚੀਜ਼ ਬਣ ਗਈ, ਠੀਕ ਹੈ। ਆਪਦੀਆਂ ਬੁੱਕਸ ਦੇ ਵਿੱਚ ਨਾ ਲੈ ਕੇ ਚੱਲਿਓ ਜਾਂ ਇਹ ਚੀਜ਼ਾਂ ਦਿਮਾਗ 'ਚ ਨਾ ਬਿਠਾ ਲਿਓ, ਸਿਰਫ ਤੁਹਾਨੂੰ ਕੈਮੀਕਲ ਰਿਐਕਸ਼ਨ ਹੁੰਦਾ ਕੀ ਹੈ ਉਸ ਚੀਜ਼ਾਂ ਨੂੰ ਕਲੀਅਰ ਕਰਦਾ। ਜੇ ਆਪ ਜ਼ਿਆਦਾ ਹੀ ਡਿਟੇਲ 'ਚ ਜਾਣਾ ਉਹ ਆਪਾਂ ਅੱਗੇ ਚੱਲਾਂਗੇ, ਠੀਕ ਹੈ। ਹੁਣ ਕੈਮੀਕਲ ਰਿਐਕਸ਼ਨ ਕਲੀਅਰ ਹੋ ਗਿਆ। ਇਹਦੀ ਐਗਜ਼ਾਮਪਲ ਆਪਣੇ ਕੋਲ ਕੀ ਹੈ, ਇੱਕ ਜੇ ਤੁਸੀਂ ਸਾਇੰਸ ਦੇ ਅਕੋਰਡਿੰਗ ਇਹਦੀ ਐਗਜ਼ਾਮਪਲ ਲੈ ਕੇ ਚੱਲੋਗੇ ਤਾਂ ਬਰਨਿੰਗ ਆਫ ਫਿਊਲਸ, ਠੀਕ ਹੈ। ਹੋਰ ਆਪਣੇ ਕੋਲ ਕੀ ਆ ਜਾਊਗਾ, ਕੈਂਡਲ, ਬਰਨਿੰਗ ਕੈਂਡਲ। ਇਸ ਚੀਜ਼ ਨੂੰ ਆਪਾਂ ਲੈ ਕੇ ਕੁਐਸਚਨ ਆਇਆ ਸੀ ਲਾਸਟ ਈਅਰ, ਉਹ ਤੁਹਾਨੂੰ ਇਸੇ ਵੀਡੀਓ 'ਚ ਕਲੀਅਰ ਕਰਾ ਦੇਣਾ ਕਿ ਉਹ ਚੀਜ਼ ਕੀ ਸੀਗੀ, ਕਿਹੜੀ ਚੀਜ਼ 'ਚ ਬੱਚੇ ਕਨਫਿਊਜ਼ ਕਰਦੇ ਸੀ ਉਹਨਾਂ ਨੇ। ਹੁਣ ਚੱਲਦੇ ਆਪਾਂ ਅੱਗੇ। ਹੁਣ ਆ ਗਈ ਕੈਮੀਕਲ ਇਕੁਏਸ਼ਨ ਕੀ ਹੈ ਸਰ, ਠੀਕ ਹੈ। ਹੁਣ ਰਿਐਕਸ਼ਨ ਤਾਂ ਤੁਸੀਂ ਦੱਸਤਾ ਕਿ ਦੋ ਤਿੰਨ ਚੀਜ਼ਾਂ ਮਿਲਾ ਲੀਆਂ, ਦੋ ਚੀਜ਼ਾਂ ਮਿਲਾ ਲੀਆਂ, ਉਹਦੇ ਤੋਂ ਇੱਕ ਦੋ ਚੀਜ਼ਾਂ ਨਵੀਆਂ ਬਣ ਗਈਆਂ, ਤਾਂ ਉਹਨੂੰ ਆਪਾਂ ਕਹਿ ਦਾਂਗੇ ਕੈਮੀਕਲ ਰਿਐਕਸ਼ਨ, ਠੀਕ ਹੈ। ਹੁਣ ਇਹ ਨਾ ਕਹਿ ਦਿਓ ਕਿ ਉੱਥੇ ਸਰ ਦੋ ਪੇਜ ਜੋੜਤੇ ਆਪਾਂ ਤੇ ਉੱਥੇ ਇੱਕ ਜਹਾਜ਼ ਬਣਾ ਲਿਆ ਪੇਜ ਦਾ, ਤਾਂ ਉਹ ਕੈਮੀਕਲ ਰਿਐਕਸ਼ਨ ਆ। ਉਹ ਕੈਮੀਕਲ ਰਿਐਕਸ਼ਨ ਨਹੀਂ, ਕਿਉਂਕਿ ਉਹਦੇ ਵਿੱਚ ਕੈਮੀਕਲ ਕੋਈ ਚੀਜ਼ ਨਹੀਂ ਹੈਗੀ, ਬਸ ਇੱਦਾਂ ਉਹ ਤੁਸੀਂ ਆਪਦੇ ਉਹਦੇ ਵਿੱਚ ਨਵਾਂ ਕੁਝ ਪੈਦਾ ਹੀ ਨਹੀਂ ਹੋਇਆ, ਠੀਕ ਹੈ। ਜਹਾਜ਼ ਜ਼ਰੂਰ ਬਣ ਗਿਆ ਪਰ ਬਣਿਆ ਕਾਗਜ਼ਾਂ ਦਾ ਹੀ ਹੈ। ਚਲੋ ਹੁਣ ਕੈਮੀਕਲ ਇਕੁਏਸ਼ਨ ਕੀ ਹੁੰਦੀ ਹੈ। ਹੁਣ ਮੈਂ ਤੁਹਾਨੂੰ ਕਹਾਂ ਕਿ ਵਾਟਰ ਪਲਸ ਹਾਈਡਰੋਜਨ, ਸੌਰੀ ਵਾਟਰ, ਆਕਸੀਜਨ ਪਲਸ ਹਾਈਡਰੋਜਨ, ਆਕਸੀਜਨ ਤੇ ਹਾਈਡਰੋਜਨ ਨੂੰ ਤੁਸੀਂ ਮਿਲਾਓਗੇ ਤਾਂ ਕੀ ਬਣਾ ਲਓਗੇ, ਵਾਟਰ ਬਣਾ ਲਓਗੇ, ਠੀਕ ਹੈ। ਇਹ ਇੱਕ ਕੀ ਹੈ, ਇਹ ਮੰਨ ਕੇ ਚੱਲੋ ਇੱਕ ਵਰਡ ਇਕੁਏਸ਼ਨ ਹੈ, ਇਹਨੂੰ ਕੀ ਕਹਾਂਗੇ ਆਪਾਂ, ਵਰਡ ਇਕੁਏਸ਼ਨ। ਧਿਆਨ ਨਾਲ ਸਮਝੇ ਜਾਓ ਕਿ ਮੈਂ ਕਰਾਉਣਾ ਕੀ ਚਾਹੁੰਦਾ, ਠੀਕ ਹੈ। ਮੈਂ ਤੁਹਾਨੂੰ ਤਾਂ ਹੀ ਬੱਚਿਆਂ ਵਾਂਗ ਜਿਹੜੀ ਨਿੱਕੀ ਨਿੱਕੀ ਚੀਜ਼ ਦੱਸਣ ਜਾ ਰਿਹਾ ਕਿ ਇਹ ਹੈ ਕੀ ਚੀਜ਼ਾਂ ਆਪਣੀਆਂ। ਹੁਣ ਦੇਖੋ ਜਦੋਂ ਆਪਾਂ ਕੀ ਕਰਤਾ ਕਿ ਹਾਈਡਰੋਜਨ ਤੇ ਆਕਸੀਜਨ ਮਿਲਾਤੀ ਤਾਂ ਆਪਣੇ ਕੋਲ ਕੀ ਬਣ ਗਿਆ, ਵਾਟਰ ਬਣ ਗਿਆ। ਇਹ ਮੈਂ ਲਿਖਤਾ, ਇਹ ਸਭ ਨੂੰ ਪਤਾ, ਠੀਕ ਹੈ। ਜਿਹੜੇ ਬੱਚੇ ਵੀ ਦੇਖਦੇ ਆਂਦੇ ਕਲਾਸਿਸ ਉਹਨਾਂ ਨੂੰ ਸਭ ਨੂੰ ਪਤਾ ਹੈ। ਹੁਣ ਇਹਨੂੰ ਆਪਾਂ ਕਹਾਂਗੇ ਵਰਡ ਇਕੁਏਸ਼ਨ ਹੈ, ਠੀਕ ਹੈ, ਵਰਡ ਇਕੁਏਸ਼ਨ। ਇਹ ਕੀ ਹੈ ਆਪਣੇ ਕੋਲੇ, ਵਰਡ ਇਕੁਏਸ਼ਨ ਹੈ। ਹੁਣ ਦੇਖੋ, ਹੁਣ ਜੇ ਇਹਨੂੰ ਮੈਂ ਲਿਖਦਾ, ਆਕਸੀਜਨ ਨੂੰ ਆਪਾਂ ਕੀ ਲਿਖ ਦਾਂਗੇ, O2 ਲਿਖ ਦਾਂਗੇ, ਹਾਈਡਰੋਜਨ ਨੂੰ ਕੀ ਲਿਖ ਦਾਂਗੇ, H2। ਆਪਣੇ ਕੋਲ ਕੀ ਬਣ ਗਿਆ, H2O। ਇਹ ਕੀ ਬਣ ਗਈ, ਕੈਮੀਕਲ ਇਕੁਏਸ਼ਨ। ਕਿਉਂ ਕੈਮੀਕਲ ਇਕੁਏਸ਼ਨ ਕਿਉਂ ਕਿਹਾ, ਕਿਉਂਕਿ ਜਿਹੜੇ ਵੀ ਵਰਡਸ ਨੂੰ, ਜਿਹੜੀ ਵੀ ਵਰਡ ਇਕੁਏਸ਼ਨ ਦੇ, ਆ ਵਰਡ ਇਕੁਏਸ਼ਨ ਹੈ ਨਾ, ਇਹਦੇ ਕੀ ਹੈ, ਇਹ ਵਰਡਸ ਹੈ, ਠੀਕ ਹੈ। ਇਹਨੂੰ ਆਪਾਂ ਕਾਹਦੇ ਚ ਲਿਖਤਾ, ਕੈਮੀਕਲ ਨੇਮ ਲਿਖਤਾ, ਇਹਦਾ ਕੈਮੀਕਲ ਨੇਮ ਲਿਖਤਾ ਨਾ, ਤਾਂ ਉਹ ਕੀ ਬਣ ਗਈ ਆਪਣੇ ਕੋਲ, ਕੈਮੀਕਲ ਇਕੁਏਸ਼ਨ। ਜਿਵੇਂ ਮੈਥ ਦੇ ਵਿੱਚ ਕਰੀ ਜਾਂਦੇ ਸੀ ਨਾ ਕਿ ਇਕੁਏਸ਼ਨ ਕੀ ਹੁੰਦੀ ਹੈ, ਪੋਲੀਨੋਮੀਅਲ ਵਾਲੀ ਇਕੁਏਸ਼ਨ ਕੀ ਹੁੰਦੀ ਹੈ, ਐਕਸ ਵਾਈ ਵਾਲੀ ਨੂੰ ਕਹਿ ਦਿੰਦੇ ਆਪਾਂ, ਉਵੇਂ ਹੀ ਆ ਮੰਨ ਕੇ ਚੱਲੋ ਕਿ ਐਕਸ ਵਾਈ ਵਾਲੇ ਨੂੰ ਆਪਾਂ ਕੀ ਕਹਿ ਦਾਂਗੇ, ਕੈਮੀਕਲ ਇਕੁਏਸ਼ਨ ਹੈ। ਜਦੋਂ ਆਪਾਂ ਇਹਨਾਂ ਦਾ ਕੈਮੀਕਲ ਨਾਮ ਰੱਖਤਾ ਕੋਈ ਵੀ, ਠੀਕ ਹੈ, ਇਹਨੂੰ ਆਪਾਂ ਕੀ ਕਵਾਂਗੇ, ਕੈਮੀਕਲ ਇਕੁਏਸ਼ਨ। ਦੋ ਕਨਸੈਪਟ ਕਲੀਅਰ ਹੋ ਗਏ ਕਿ ਦੋ, ਇੱਕ ਤਾਂ ਕੈਮੀਕਲ ਰਿਐਕਸ਼ਨ ਕੀ ਹੁੰਦੀ ਹੈ ਤੇ ਕੈਮੀਕਲ ਇਕੁਏਸ਼ਨ ਕੀ ਹੁੰਦੀਆਂ। ਹੁਣ ਚੱਲਦੇ ਆਪਾਂ ਅੱਗੇ। ਮੈਂ ਬੇਸਿਕ ਤੋਂ ਕਰਾਉਂਗਾ, ਮੈਂ ਵਾਰ-ਵਾਰ ਬੋਲ ਰਿਹਾ ਇੱਕੋ ਚੀਜ਼ ਨੂੰ, ਬੋਲਣ ਦਾ ਰੀਜ਼ਨ ਇਹ ਹੈ ਕਿ ਬਸ ਦਿਮਾਗ 'ਚ ਬਿਠਾ ਲਓ। ਹੁਣ ਆ ਗਏ ਆਪਣੇ ਕੋਲੇ ਚੇਂਜਸ, ਜਿੱਥੋਂ ਹੁਣ ਤੁਹਾਡੇ ਡਾਊਟ ਸ਼ੁਰੂ ਵੀ ਹੋਣਗੇ ਤੇ ਖਤਮ ਵੀ ਹੋਣਗੇ ਇਸੇ ਪੇਜ ਤੇ। ਚੇਂਜਸ ਹੁੰਦੇ ਆ ਆਪਣੇ ਕੋਲੇ ਦੋ ਤਰ੍ਹਾਂ ਦੇ, ਠੀਕ ਹੈ। ਇੱਕ ਹੁੰਦਾ ਫਿਜ਼ੀਕਲ ਚੇਂਜ, ਫਿਜ਼ੀਕਲ ਚੇਂਜ, ਇੱਕ ਹੁੰਦਾ ਕੈਮੀਕਲ ਚੇਂਜ, ਕੈਮੀਕਲ ਚੇਂਜ। ਹੁਣ ਇਹਨਾਂ 'ਚ ਡਿਫਰੈਂਸ ਕੀ ਹੈ, ਪਹਿਲਾਂ ਇਹ ਸੁਣ ਲਓ ਡਿਫਰੈਂਸ ਕੀ ਹੈ, ਫਿਰ ਇਹਨਾਂ ਦੀ ਡਿਫਰੈਂਸ ਦੱਸਣ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੱਸੂਗਾ ਕਿ ਇਹਨਾਂ ਦੀਆਂ ਕੈਟੇਗਰੀ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਚੇਂਜ ਦੀ। ਫਿਜ਼ੀਕਲ ਚੇਂਜ ਕੀ ਹੁੰਦੇ ਆ ਤੇ ਇਹਨਾਂ ਨੂੰ ਕਿਵੇਂ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ। ਹੁਣ ਦੇਖੋ ਮੰਨ ਕੇ ਚੱਲੋ, ਸਿੱਧਾ ਦੱਸ ਦਿੰਦਾ, ਇੱਕ ਦੋ ਪੁਆਇੰਟ 'ਚ ਹੀ ਖਤਮ ਕਰ ਦੂੰਗਾ, ਜ਼ਿਆਦਾ ਤੁਹਾਨੂੰ ਡੀਪ ਨਹੀਂ ਲੈ ਕੇ ਜਾਂਦਾ, ਸਿਰਫ ਤੁਹਾਨੂੰ ਕਨਸੈਪਟ ਕਲੀਅਰ ਕਰਾਉਣਾ। ਫਿਜ਼ੀਕਲ ਚੇਂਜ ਕੀ ਹੁੰਦੇ ਆ, ਜਦੋਂ ਕੋਈ ਵੀ ਦੋ ਚੀਜ਼ਾਂ ਮਿਲਦੀਆਂ, ਠੀਕ ਹੈ, ਦੋ ਚੀਜ਼ਾਂ ਮਿਲ ਕੇ ਇੱਕ ਇਹੋ ਜਿਹੀ ਚੀਜ਼ ਬਣਾਉਂਦੀਆਂ, ਚੀਜ਼
ਬਣਾਉਂਦੀਆਂ ਜਿਸ ਨੂੰ ਆਪਾਂ ਵਾਪਸ ਕਰ ਸਕਦੇ ਹਾਂ, ਵਾਪਸ ਕਰ ਸਕਦੇ ਹਾਂ। ਠੀਕ ਹੈ, ਜਿਹਨੂੰ ਤੁਸੀਂ ਕਹਿ ਦਿੰਦੇ ਆ ਰਿਵਰਸੇਬਲ ਹੁੰਦੀਆਂ, ਰਿਵਰਸੇਬਲ ਹੁੰਦੀਆਂ। ਠੀਕ ਹੈ, ਫਿਜ਼ੀਕਲ ਚੇਂਜ ਹੁੰਦੇ ਆ ਰਿਵਰਸੇਬਲ। ਕਲੀਅਰ ਹੈ? ਉਹਦੀ ਵੱਧ ਤੋਂ ਵੱਧ ਤੁਸੀਂ ਮੰਨ ਕੇ ਚੱਲੋ ਕਿ ਸ਼ੇਪ ਚੇਂਜ ਹੋ ਜੂਗੀ। ਇਹੀ ਹੈ ਕਿ ਹਾਂ, ਬਸ ਇੱਕ ਵਾਰੀ ਇੰਨਾ ਯਾਦ ਰੱਖ ਲਓ, ਰਿਵਰਸੇਬਲ ਹੁੰਦੀਆਂ ਉਹ। ਹੁਣ ਇਹਦੀ ਐਗਜ਼ਾਮਪਲ ਸਰ ਕਿਵੇਂ ਤੁਸੀਂ ਦੱਸਤਾ ਸਾਨੂੰ ਕਿ ਫਿਜ਼ੀਕਲ ਚੇਂਜ ਹੋਇਆ, ਅਸੀਂ ਕਿਵੇਂ ਦੱਸਾਂਗੇ? ਹੁਣ ਮੰਨ ਕੇ ਚੱਲੋ ਵੈਪੋਰਾਈਜੇਸ਼ਨ, ਵੈਪੋਰਾਈਜੇਸ਼ਨ ਇਹ ਤੁਹਾਨੂੰ ਕਰਾਉਂਗਾ ਮੈਂ ਮੈਟਰਸ ਵਾਲੇ 'ਚ। ਠੀਕ ਹੈ, ਵੈਪੋਰਾਈਜੇਸ਼ਨ ਕੀ ਹੁੰਦਾ ਹੈ ਕਿ ਆਪਣੇ ਕੋਲੇ ਜਦੋਂ ਕੀ ਹੈ ਲਿਕੁਇਡ ਆਪਣੇ ਕੋਲ ਕੀ ਬਣਦੀ ਹੈ, ਭਾਫ ਬਣਦੀ ਹੈ। ਠੀਕ ਹੈ, ਉਹਨੂੰ ਵੈਪੋਰਾਈਜੇਸ਼ਨ ਕਹਿੰਦੇ ਆ ਆਪਾਂ। ਲਿਕੁਇਡ ਜਦੋਂ ਆਪਣੇ ਕੋਲ ਕੀ ਬਣਦਾ, ਭਾਫ ਬਣਦੀ ਹੈ, ਗੈਸ ਬਣਦੀ ਹੈ, ਉਹਨੂੰ ਆਪਾਂ ਕੀ ਕਵਾਂਗੇ, ਵੈਪੋਰਾਈਜੇਸ਼ਨ। ਹੁਣ ਗੈਸ ਫਿਰ ਲਿਕੁਇਡ ਬਣ ਜੂਗੀ। ਇਹ ਕੀ ਹੈ, ਸਿਰਫ ਤੇ ਸਿਰਫ ਫਿਜ਼ੀਕਲ ਚੇਂਜ। ਇਦੋਂ ਵੀ ਸੌਖੀ ਐਗਜ਼ਾਮਪਲ ਆਪਣੇ ਕੋਲ ਕੀ ਹੈ, ਹੁਣ ਜਦੋਂ ਤੁਸੀਂ ਬਰਫ਼ ਨੂੰ ਕੀ ਕਰਦੇ ਆ, ਫ੍ਰਿਜ ਚੋਂ ਕੱਢ ਦਿੰਦੇ ਆ, ਤਾਂ ਉਹ ਕੀ ਬਣ ਜਾਂਦੀ ਹੈ, ਪਾਣੀ। ਤੇ ਜਦੋਂ ਉਸੇ ਨੂੰ ਫਿਰ ਫ੍ਰਿਜ 'ਚ ਰੱਖ ਦਿੰਦੇ ਆ, ਉਹ ਕੀ ਬਣ ਜਾਂਦੀ ਹੈ, ਬਰਫ਼। ਇਹ ਫਿਰ ਕਿਹੜਾ ਚੇਂਜ ਹੋਇਆ, ਇਹ ਹੋਇਆ ਫਿਜ਼ੀਕਲ ਚੇਂਜ। ਠੀਕ ਹੈ, ਇਹ ਕੀ ਹੋਇਆ, ਫਿਜ਼ੀਕਲ ਚੇਂਜ। ਤੇ ਇੱਥੋਂ ਸਿੱਧਾ ਸਿੱਧਾ ਹਿਸਾਬ ਲਾ ਲਓ ਕਿ ਪਿਘਲਦੀ ਹੈ ਜਦੋਂ ਕੋਈ ਚੀਜ਼, ਪਿਘਲਣਾ ਉਹ ਫਿਜ਼ੀਕਲ ਚੇਂਜ ਦੇ ਵਿੱਚ ਰੱਖ ਲਿਓ। ਮੈਂ ਵਾਰ-ਵਾਰ ਫਿਰ ਕਹਿ ਰਿਹਾ, ਫਿਰ ਸੁਣ ਲਓ ਕਿ ਸਾਇੰਸ ਦੇ ਵਿੱਚ 100% ਕੁਝ ਵੀ ਨਹੀਂ ਹੁੰਦਾ, ਕਿਉਂਕਿ ਇਸੇ ਚੀਜ਼ ਨੂੰ ਮੋਲਡ ਕਰਕੇ ਤੁਹਾਨੂੰ ਕਨਫਿਊਜ਼ ਕਰ ਸਕਦੇ ਆ। ਉਹ ਮੈਂ ਅੱਗੇ ਉਦਾਹਰਨ ਦਊਂਗਾ ਇਹਦੀ ਇੱਕ। ਇਹਨੂੰ ਕਹਿੰਦੇ ਆ ਫਿਜ਼ੀਕਲ ਚੇਂਜ। ਠੀਕ ਹੈ, ਜਿਹੜੀ ਚੀਜ਼ ਨੂੰ ਆਪਾਂ ਰਿਵਰਸ ਕਰ ਸਕਦੇ ਆ, ਮਤਲਬ ਜਿਹੜੀ ਚੀਜ਼ ਨੂੰ ਆਪਾਂ ਦੁਬਾਰਾ ਮੁੜ ਵਰਤੋਂ ਵਿੱਚ ਲਿਆ ਸਕਦੇ ਆ। ਠੀਕ ਹੈ, ਉਹਨੂੰ ਆਪਾਂ ਕੀ ਕਵਾਂਗੇ, ਫਿਜ਼ੀਕਲ ਚੇਂਜ। ਚਲੋ ਇੱਕ ਦੀ ਐਗਜ਼ਾਮਪਲ ਹੋਰ ਮੈਂ ਤੁਹਾਨੂੰ ਸੋਚ ਕੇ ਦੱਸ ਦਿੰਦਾ, ਕਹਿੰਦੀ ਕਿਹੜੀ ਹੋ ਸਕਦੀ ਹੈ। ਮੰਨ ਕੇ ਚੱਲੋ ਆਪਣੇ ਕੋਲੇ ਹੋਰ ਕੀ ਹੋ ਸਕਦਾ ਫਿਜ਼ੀਕਲ ਚੇਂਜ ਦੇ ਵਿੱਚ। ਫਿਜ਼ੀਕਲ ਚ ਚੇਂਜ ਆਪਾਂ ਲੈ ਲਾਂਗੇ ਬ੍ਰੇਕਿੰਗ ਗਲਾਸ। ਲਓ, ਜਦੋਂ ਗਲਾਸ ਟੁੱਟ ਜਾਂਦਾ, ਠੀਕ ਹੈ, ਇਹ ਮੋਸਟ ਇੰਪੋਰਟੈਂਟ ਦੱਸਣ ਲੱਗਿਆ, ਇਹਨਾਂ ਵਿੱਚੋਂ ਪੇਪਰ ਚ ਪਈ ਹੋਣੀ ਇੱਕ ਅੱਧੀ। ਹੋਰ ਆਪਣੇ ਕੋਲ ਕੀ ਹੋ ਸਕਦਾ, ਮਿਕਸਿੰਗ ਕੈਂਡੀਜ਼, ਬਿਲਕੁਲ ਸੌਖੀ। ਮਿਕਸਿੰਗ ਕੈਂਡੀ ਮਤਲਬ ਕੀ ਹੈ, ਤੁਹਾਨੂੰ ਮੈਂ 3 ਚੋਕਲੇਟ ਵਾਲੀਆਂ ਕੈਂਡੀਜ਼ ਦੇਤੀਆਂ ਤੇ 4 ਦੇਤੀਆਂ ਐਲਪਨਲੀਵੇ ਵਾਲੀਆਂ, 5 ਦੇਤੀਆਂ ਤੁਹਾਨੂੰ ਮੈਂ ਦੂਸਰੀਆਂ ਕੋਈ ਵੀ ਜਿਹੜੀਆਂ ਮੰਨ ਕੇ ਚੱਲੋ ਪਾਰਲੇ ਜੀ ਵਾਲੀਆਂ, ਤੇ ਤੁਸੀਂ ਕੀ ਕੀਤਾ, ਉਹਨਾਂ ਸਾਰੀਆਂ ਨੂੰ 8-10 ਨੂੰ ਮਿਕਸ ਕਰਤਾ। ਪਰ ਫਿਰ ਮੈਂ ਕਹਾਂ ਜੀ ਮੈਨੂੰ ਤਾਂ 3 ਕੱਢ ਕੇ ਦਿਓ ਤੁਸੀਂ ਪਾਰਲੇ ਜੀ ਵਾਲੀਆਂ ਵਾਪਸ, ਤਾਂ ਤੁਸੀਂ ਕਹੋਗੇ ਜੀ ਆਲੋ ਆਪਦੀ ਪਾਰਲੇ ਜੀ ਵਾਲੀਆਂ ਵਾਪਸ, ਨਖਰੇ ਕਿਉਂ ਵਿਖਾਈ ਜਾਂਦੇ। ਠੀਕ ਹੈ, ਉਹ ਕਿਹੜਾ ਚੇਂਜ ਹੋਇਆ, ਫਿਜ਼ੀਕਲ ਚੇਂਜ। ਕਿਉਂਕਿ ਉਹ ਜਿਹੜੀਆਂ ਮੈਂ ਤੁਹਾਨੂੰ ਟੋਫੀਜ਼ ਦਿੱਤੀਆਂ ਸੀ ਉਹਨਾਂ ਨੂੰ ਤੁਸੀਂ ਮੈਨੂੰ ਕੀ ਹੈ ਵਾਪਸ ਵੀ ਦੇਤਾ। ਹੁਣ ਚੱਲਦੇ ਆਪਾਂ ਅੱਗੇ। ਹੁਣ ਤੀਸਰੀ ਇੱਕ ਹੋਰ ਫੋਲਡਿੰਗ ਪੇਪਰ, ਇਹ ਵੀ ਕਾਹਦੇ ਚ ਆਊਗਾ, ਫਿਜ਼ੀਕਲ ਚੇਂਜ ਦੇ ਵਿੱਚ। ਕਿ ਜਦੋਂ ਤੁਸੀਂ ਆਪਾਂ ਬਣਾ ਲੈਂਦੇ ਨੇ ਨਾ ਪਾਣੀ ਵਾਲੀ ਕਿਸ਼ਤੀ, ਠੀਕ ਹੈ, ਪਾਣੀ ਦੀ ਕਿਸ਼ਤੀ ਬਣਾ ਲੈਂਦੇ ਸੀ ਪੇਪਰ ਤੋਂ, ਤੇ ਆਪਾਂ ਉਸੇ ਕਿਸ਼ਤੀ ਨੂੰ ਖੋਲ ਕੇ ਆਪਾਂ ਕੀ ਬਣਾ ਲੈਂਦੇ ਦੁਬਾਰਾ, ਪੇਪਰ। ਉਹ ਕਿਹੜਾ ਚੇਂਜ ਸੀਗਾ, ਫਿਜ਼ੀਕਲ ਚੇਂਜ ਸੀਗਾ। ਹੁਣ ਉਸ ਤੋਂ ਬਾਅਦ ਕੀ ਆਊਗਾ ਆਪਣੇ ਕੋਲੇ, ਜਿਹੜੀ ਬਹੁਤ ਬੱਚੇ ਜਿਹਨੇ ਕਨਫਿਊਜ਼ ਨੇ, ਚੋਪਿੰਗ ਵੁੱਡਸ। ਠੀਕ ਹੈ, ਜਦੋਂ ਆਪਾਂ ਲੱਕੜ ਨੂੰ ਕੱਟ ਦਿੰਨੇ ਆ ਤਾਂ ਉਹਦੇ ਤੋਂ ਕੁਛ ਨਾ ਕੁਛ ਨਵਾਂ ਬਣ ਹੀ ਜਾਂਦਾ ਨਾ, ਜਾਂ ਉਹਨੂੰ ਦੁਬਾਰਾ ਆਪਾਂ ਜੋੜ ਵੀ ਸਕਦੇ ਹਾਂ ਜਿਵੇਂ ਮਰਜ਼ੀ। ਜਿਵੇਂ ਕਟਿੰਗ ਹੇਅਰ, ਇਹ ਵੀ ਆਪਣੇ ਕੋਲ ਫਿਜ਼ੀਕਲ ਚੇਂਜ ਹੈ। ਹੁਣ ਇਹ ਨਾ ਕਹਿ ਦਿਓ ਜੋੜਨ ਕਿਵੇਂ, ਉਹ ਵੱਧ ਹੀ ਜਾਣੇ ਆ। ਠੀਕ ਹੈ, ਆਪਣੀ ਉਹੀ ਪੁਰਾਣੀ ਸ਼ੇਪ ਦੇ ਵਿੱਚ ਆ ਜਾਣਗੇ, ਭਲਾਂ ਦੀ ਟਾਈਮ ਪਾ ਕੇ ਆਣ। ਹੋਰ ਉਸ ਤੋਂ ਬਾਅਦ ਕੀ ਹੈ, ਡਰਾਈ ਆਈਸ ਦਾ ਜਦੋਂ ਆਪਾਂ ਸਬਲੀਮੇਸ਼ਨ ਕਰਦੇ ਹਾਂ, ਇਹ ਚੀਜ਼ਾਂ ਮੈਂ ਕਰਾਉਂਗਾ, ਬੜੇ ਵਧੀਆ ਢੰਗ ਨਾਲ ਕਰਾਉਂਗਾ। ਬਸ ਇੱਕ ਵਾਰੀ ਇੰਨਾ ਯਾਦ ਰੱਖ ਲਓ, ਬਹੁਤ ਹੈ, ਇਦੋਂ ਜ਼ਿਆਦਾ ਨਾ ਡੀਪ ਚੱਲਿਓ ਇਹਦੇ ਵਿੱਚ। ਹੁਣ ਚੱਲਦੇ ਆਪਾਂ ਅੱਗੇ। ਹੁਣ ਫਿਜ਼ੀਕਲ ਚੇਂਜ ਤਾਂ ਹੋ ਗਿਆ ਜਿਹਨੂੰ ਆਪਾਂ ਰਿਵਰਸ ਕਰ ਸਕਦੇ ਹਾਂ। ਹੁਣ ਆ ਗਿਆ ਕੈਮੀਕਲ ਚੇਂਜ। ਹੁਣ ਸਾਰੇ ਬੱਚਿਆਂ ਦੇ ਦਬਦਬ ਦਿਮਾਗ 'ਚ ਪਰ ਆਪਣੇ ਪਤਾ ਕੀ ਚੱਲ ਪੈਂਦਾ ਹੁੰਦਾ ਕਿ ਜਦੋਂ ਆਪਾਂ ਡਿਫਰੈਂਸ ਪੜਾਂਗੇ ਤਾਂ ਇੱਕ ਚੀਜ਼ ਹਾਂ ਵਾਲੀ ਹੈ, ਦੂਜੀ ਚੀਜ਼ ਨਾ ਵਾਲੀ ਹੈ। ਹੁਣ ਦਬਦਬ ਅੱਧੇ ਬੱਚੇ ਤਾਂ ਹੀ ਕਮੈਂਟ ਕਰਨ ਲੱਗ ਗਏ ਹੋਣੇ ਆ ਕਿ ਜੇ ਕੈਮੀਕਲ ਚੇਂਜ ਉਹ ਹੁੰਦੀ ਹੈ ਜਿਹਨੂੰ ਆਪਾਂ ਰਿਵਰਸ ਨਹੀਂ ਕਰ ਸਕਦੇ। ਠੀਕ ਹੈ, ਉਹ ਉਹਨਾਂ ਦੀ ਗੱਲ ਸਹੀ ਹੈ, ਇਹ ਪਹਿਲਾ ਪੁਆਇੰਟ ਸਹੀ ਹੈ। ਪਰ ਇੱਕ ਚੀਜ਼ ਇਹਦੇ 'ਚ ਹੋਰ ਐਡ ਹੁੰਦੀ ਹੈ ਕਿ ਜਦੋਂ ਦੋ ਚੀਜ਼ਾਂ ਮਿਲ ਕੇ ਤੀਜੀ ਨਵੀਂ ਚੀਜ਼ ਬਣਾਉਂਦੀਆਂ, ਤੀਜੀ ਨਵੀਂ ਚੀਜ਼ ਬਣਾਉਂਦੀਆਂ। ਠੀਕ ਹੈ, ਦੋ ਚੀਜ਼ਾਂ ਦੋ ਮਿਲਦੀਆਂ, ਅਲੱਗ-ਅਲੱਗ ਹੁੰਦੀਆਂ ਉਹ। ਜਿਵੇਂ ਮੈਂ ਤੁਹਾਨੂੰ ਆਲੂ ਪਿਆਜ਼ ਦੱਸਿਆ ਸੀਗਾ, ਆਲੂ ਮਿਲ ਗਏ, ਪਿਆਜ਼ ਮਿਲ ਗਏ, ਤਾਂ ਉਹਨਾਂ ਨੇ ਸਬਜ਼ੀ ਬਣਾਤੀ। ਠੀਕ ਹੈ, ਉਹ ਸਬਜ਼ੀ ਕੀ ਹੈ, ਕੈਮੀਕਲ ਰਿਐਕਸ਼ਨ 'ਚ ਹੈ। ਠੀਕ ਹੈ, ਹੁਣ ਇਹਦੇ ਵਿੱਚ ਹੋਰ ਕੀ ਹੋ ਸਕਦਾ ਕਿ ਜਿਹੜੀ ਚੀਜ਼ ਨੂੰ ਆਪਾਂ ਵਾਪਸ ਮੁੜ ਵਰਤੋਂ ਵਿੱਚ ਨਹੀਂ ਲਿਆ ਸਕਦੇ, ਉਹਨੂੰ ਆਪਾਂ ਕੀ ਕਵਾਂਗੇ, ਕੈਮੀਕਲ ਰਿਐਕਸ਼ਨ। ਹੁਣ ਇਹਦੀ ਐਗਜ਼ਾਮਪਲ ਵੀ ਦੇ ਦਿੰਨੇ ਆਪਾਂ ਕਿ ਜਦੋਂ ਵੀ ਕਿਤੇ ਤੁਹਾਨੂੰ ਆ ਜੇ ਨਾ ਕਿ ਕੋਈ ਚੀਜ਼ ਬਲੀ ਜਾਂਦੀ ਹੈ, ਉਹ 101% 110% ਲਾ ਲਓ ਕਿ ਉਹ ਕੀ ਹੋਊਗੀ, ਕੈਮੀਕਲ ਰਿਐਕਸ਼ਨ ਹੋਊਗੀ। ਠੀਕ ਹੈ, ਉਹ ਕੀ ਹੋਊਗੀ,
ਕੈਮੀਕਲ ਜਦੋਂ ਵੀ ਆ ਜੇ ਕਿ ਕੋਈ ਚੀਜ਼ ਬਲ ਗਈ, ਹੁਣ ਦੇਖੋ ਇਹਦੀ ਐਗਜ਼ਾਮਪਲ ਵੀ ਦੇ ਦਿੰਦਾ ਮੈਂ। ਜਦੋਂ ਤੁਹਾਨੂੰ ਕਹਿ ਦੇਣ ਕਿ ਆਹ ਤਾਂ ਚੀਜ਼ ਜੀ ਬਲੀ ਜਾਂਦੀ ਹੈ, ਤੁਸੀਂ ਮਿੰਟ 'ਚ ਕਹਿ ਦਿਓ ਕਿ ਜੀ ਇਹ ਤਾਂ ਕੈਮੀਕਲ ਰਿਐਕਸ਼ਨ ਹੋਈ ਜਾਂਦਾ। ਇਹਦੀ ਇੱਕ ਛੋਟੀ ਜੀ ਕਨਫਿਊਜ਼ਿੰਗ ਵਾਲੀ ਸਟੇਟਮੈਂਟ ਵੀ ਦੱਸੂਗਾ ਜਿਹੜੀ ਤੁਹਾਨੂੰ ਪੇਪਰ 'ਚ ਪਾਈ ਗਈ ਸੀਗੀ, ਉਹ ਦੱਸ ਕੇ ਅੱਜ ਕਲੀਅਰ ਕਰਾਉਂਗਾ। ਹੁਣ ਦੇਖੋ, ਮੰਨ ਕੇ ਚੱਲੋ ਕਿ ਤੁਸੀਂ ਪੇਪਰ ਨੂੰ ਇੱਕ ਨੂੰ ਕੀ ਕਰਤਾ, ਜਲਾਤਾ। ਜਿਵੇਂ ਹੁਣੇ ਦੱਸਿਆ ਨਾ, ਬਲ ਗਿਆ, ਉਹ ਜਲਾਤਾ। ਉਦੋਂ ਬਾਅਦ ਕੀ ਹੈ, ਰਾਖ ਮਿਲ ਗਈ। ਹੁਣ ਰਾਖ ਨੂੰ ਤੁਸੀਂ, ਰਾਖ ਤੋਂ ਪੇਪਰ ਬਣ ਜਾਊਗਾ ਦੁਬਾਰਾ? ਨਹੀਂ ਬਣਨਾ। ਉਹ ਕੀ ਹੋ ਗਿਆ ਆਪਣੇ ਕੋਲੇ, ਕੈਮੀਕਲ ਚੇਂਜ। ਠੀਕ ਹੈ, ਜਿੱਥੇ ਬਲਦਾ ਆ ਗਿਆ ਉਹ ਕੀ ਹੋ ਗਿਆ ਆਪਣਾ ਕੈਮੀਕਲ ਚੇਂਜ। ਹੁਣ ਰੂਟਿੰਗ ਮਤਲਬ ਹੁਣ ਜਿਵੇਂ ਕੋਈ ਫਲ ਪੱਕ ਗਿਆ, ਠੀਕ ਹੈ, ਹੁਣ ਜੇ ਮੰਨ ਲਓ ਤੁਸੀਂ ਅਮਰੂਦ ਪਕਾ ਲਿਆ, ਉਹਨੂੰ ਦੁਬਾਰਾ ਕੱਚੀ ਸਟੇਟ 'ਚ ਲੈ ਜਾਓਗੇ? ਨਹੀਂ ਲਿਜਾ ਸਕਦੇ, ਕਿਉਂਕਿ ਉਹ ਪੱਕਿਆ ਹੀ ਰਹੂਗਾ। ਉਹ ਵੀ ਕੀ ਹੈ, ਕੈਮੀਕਲ ਚੇਂਜ ਹੈ। ਉਸ ਤੋਂ ਬਾਅਦ ਜਿਹੜੀ ਮੋਸਟ ਇੰਪੋਰਟੈਂਟ ਆਉਂਦੀ ਹੈ, ਤੁਹਾਨੂੰ ਮੈਂ ਪੰਜਾਬੀ 'ਚ ਦੱਸ ਦਿੰਦਾ, ਠੀਕ ਹੈ, ਆਪਣੀ ਸਾਹ ਪ੍ਰਣਾਲੀ ਵਾਲੀ ਪ੍ਰਕਿਰਿਆ, ਠੀਕ ਹੈ, ਤੇ ਆਪਣੀ ਹੋ ਗਈ ਪਾਚਨ ਪ੍ਰਕਿਰਿਆ। ਇਹ ਹਮੇਸ਼ਾ ਜਿੱਥੇ ਵੀ ਆ ਜਾਣ ਤੁਹਾਡੀਆਂ ਉਹ ਕੀ ਹੈ, ਕੈਮੀਕਲ ਚੇਂਜ ਹੈ। ਕਿਉਂਕਿ ਜੇ ਇੱਕ ਵਾਰੀ ਭੋਜਨ ਪਚ ਗਿਆ ਤਾਂ ਉਹ ਕਦੇ ਵੀ ਕੀ ਹੈ, ਵਾਪਸ ਨਹੀਂ ਆਊਗਾ ਉਵੇਂ ਹੀ। ਹੁਣ ਜਿਵੇਂ ਤੁਸੀਂ ਰੋਟੀ ਨੂੰ ਚਬਾ ਕੇ ਖਾ ਲਿਆ, ਤੁਹਾਨੂੰ ਬਣੀ ਬਣਾਈ ਬੁਰਕੀ ਨਹੀਂ ਕੱਢ ਸਕਦੇ ਬਾਹਰ, ਠੀਕ ਹੈ, ਉਹ ਕੀ ਆਪਣੇ ਕੋਲੇ ਕੈਮੀਕਲ ਚੇਂਜ ਦੇ ਵਿੱਚ ਆਊਗਾ। ਇੱਕ ਹੋਰ ਇੰਪੋਰਟੈਂਟ, ਰਸਟਿੰਗ। ਰਸਟਿੰਗ ਨੂੰ ਕੀ ਕਹਿ ਦਿੰਦੇ ਆਪਾਂ, ਜਦੋਂ ਜੰਗ ਲੱਗ ਜਾਂਦੀ ਹੈ ਕਿਸੇ ਚੀਜ਼ ਤੇ, ਲੋਹੇ ਤੇ ਜੰਗ ਲੱਗ ਜਾਂਦੀ ਹੈ, ਉਹ ਵੀ ਕੀ ਆਪਣੇ ਕੋਲੇ ਕੈਮੀਕਲ ਚੇਂਜ ਹੈ, ਠੀਕ ਹੈ, ਉਹ ਵੀ ਕੀ ਹੈ, ਕੈਮੀਕਲ ਚੇਂਜ ਹੈ। ਦੇਖੋ ਕਿੰਨੇ ਕੁ ਜ਼ਿਆਦਾ ਵਧੀਆ ਇਹ ਆਪਣੇ ਕੋਲ ਹੈਗੇ ਸੀਗੇ ਕੈਮੀਕਲ ਚੇਂਜ ਦੀਆਂ ਉਦਾਹਰਨਾਂ। ਹੁਣ ਕੈਮੀਕਲ ਚੇਂਜ ਵੀ ਪਤਾ ਲੱਗ ਗਿਆ, ਠੀਕ ਹੈ। ਹੁਣ ਇੱਕ ਚੀਜ਼ ਜਿਹੜੀ ਬਹੁਤ ਹੀ ਜ਼ਿਆਦਾ ਬੱਚਿਆਂ ਨੂੰ ਕਨਫਿਊਜ਼ ਕਰਦੀ ਹੈ, ਉਹ ਕੀ ਹੈ, ਹੁਣ ਤੁਹਾਨੂੰ ਕੈਮੀਕਲ ਰਿਐਕਸ਼ਨ ਵੀ ਪਤਾ ਲੱਗ ਗਿਆ, ਕੈਮੀਕਲ ਇਕੁਏਸ਼ਨ ਵੀ ਪਤਾ ਲੱਗ ਗਈ, ਤੁਹਾਨੂੰ ਫਿਜ਼ੀਕਲ ਤੇ ਆਪਣਾ ਕੈਮੀਕਲ ਜਿਹੜੇ ਚੇਂਜ ਹੈ ਉਹ ਵੀ ਪਤਾ ਲੱਗ ਗਏ। ਹੁਣ ਜਿਹੜੀ ਚੀਜ਼ ਤੁਹਾਨੂੰ ਪੇਪਰ ਵਾਲੀ ਕਰਦਾ, ਚਲੋ ਹੁਣ ਉੱਥੇ ਪੇਪਰ ਦੇ ਵਿੱਚ ਲਿਖਿਆ ਸੀ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕੈਮੀਕਲ ਰਿਐਕਸ਼ਨ ਹੈ, ਕੈਮੀਕਲ ਚੇਂਜ ਹੈ, ਠੀਕ ਹੈ। ਚਲੋ ਕੈਮੀਕਲ ਚੇਂਜ ਕਿਹੜਾ, ਪੇਪਰ 'ਚ ਆਇਆ ਸੀ ਕੁਐਸਚਨ ਤੁਹਾਨੂੰ, ਹੇਠ ਦਿੱਤਿਆਂ ਵਿੱਚੋਂ ਕਿਹੜਾ ਕੈਮੀਕਲ ਚੇਂਜ ਹੈ। ਪਹਿਲੀਆਂ ਦੋ ਆਪਸ਼ਨਾਂ ਦਿੱਤੀਆਂ ਸੀ, ਉਹ ਆਈ ਥਿੰਕ ਮੇਰੇ ਦਿਮਾਗ 'ਚ ਸਕਿਪ ਹੋ ਗਈਆਂ, ਮੈਂ ਕਿਉਂਕਿ ਪੜਿਆ ਨਹੀਂ ਸੀ, ਮੈਨੂੰ ਹੁਣੇ ਯਾਦ ਆਇਆ ਕਿ ਪੇਪਰ 'ਚ ਵੀ ਆਇਆ ਸੀਗਾ। ਪਹਿਲੀਆਂ ਦੋ ਆਪਸ਼ਨਾਂ ਸੀ, ਉਹ ਕੀ ਹੈ, ਉਹ ਤਾਂ ਵੈਸੇ ਹੀ ਗਲਤ ਲੱਗਦੀਆਂ ਪਈਆਂ ਸੀ ਵੇਖਣ 'ਚ, ਜਿਨ੍ਹਾਂ ਨੂੰ ਇਹ ਕੈਮੀਕਲ ਚੇਂਜ ਤੇ ਫਿਜ਼ੀਕਲ ਚੇਂਜ ਬਾਰੇ ਪਤਾ ਸੀ। ਹੁਣ ਦੂਜੀਆਂ ਦੋ ਆਪਸ਼ਨਾਂ ਜਿਨ੍ਹਾਂ 'ਚ ਬੱਚੇ ਬਹੁਤ ਕੁਝ ਜ਼ਿਆਦਾ ਕਨਫਿਊਜ਼ ਹੋਏ ਸੀ, ਤੀਜੀ ਆਪਸ਼ਨ ਸੀ ਆਪਣੇ ਕੋਲੇ ਮੋਮਬੱਤੀ ਦੀ ਮੋਮ ਦਾ ਪਿਘਲਣਾ, ਤੇ ਉਸ ਤੋਂ ਬਾਅਦ ਕੀ ਹੈ, ਮੋਮਬੱਤੀ ਦਾ ਜਲਣਾ। ਜਾਂ ਇੱਥੇ ਮੋਮ ਵੀ ਕੱਟ ਦੋ, ਚਲੋ ਲਓ ਇੱਥੇ ਸਿੱਧਾ ਪਾ ਦਿੰਨੇ ਆਪਾਂ ਪਿਘਲਣਾ। ਹੁਣ ਇਹਨਾਂ ਨੇ ਕਿਹਾ ਸੀ ਇਹਦੇ ਵਿੱਚੋਂ ਦੱਸੋ ਕੈਮੀਕਲ ਚੇਂਜ ਕਿਹੜਾ। ਹੁਣ ਤੁਹਾਨੂੰ ਮੈਂ ਕਨਸੈਪਟ ਸਮਝਾਤਾ, ਇਹਦੇ ਵਿੱਚੋਂ ਮਿੰਟ 'ਚ ਦੱਸ ਦੇਣਾ ਕਿ ਆਪਣੇ ਕੋਲ, ਜਦੋਂ ਮੈਂ ਤੁਹਾਨੂੰ ਕਿਹਾ ਕਿ ਜਿੱਥੇ ਵੀ ਕੋਈ ਚੀਜ਼ ਜਲ ਰਹੀ ਹੈ, ਚੁੱਪ ਕਰਕੇ ਉੱਥੇ ਲਾ ਦਿਓ ਕਿ ਆਪਣਾ ਕੀ ਹੈ, ਕੈਮੀਕਲ ਰਿਐਕਸ਼ਨ। ਕਿਉਂਕਿ ਜੇ ਮੋਮਬੱਤੀ ਦੀ ਮੋਮ ਪਿਘਲੀ ਤਾਂ ਉਹਨੂੰ ਆਪਾਂ ਜਮਾ ਕੇ ਫਿਰ ਆਪਾਂ ਮੋਮ ਬਣਾ ਸਕਦੇ ਹਾਂ। ਭਲਾ ਦੀ ਇਹ ਬਹੁਤ ਹੀ ਜ਼ਿਆਦਾ ਕਹਿ ਲਓ ਔਖਾ ਕਨਸੈਪਟ ਵੀ ਹੋ ਸਕਦਾ, ਠੀਕ ਹੈ, ਦੁਬਾਰਾ ਉਹਨੂੰ ਯੂਜ਼ ਕਰ ਦਾਂਗੇ, ਪਰ ਇਹ ਹੋ ਸਕਦਾ, ਪੋਸੀਬਲ ਹੈ। ਹੁਣ ਜਲੀ ਹੋਈ ਮੋਮਬੱਤੀ ਨੂੰ ਤਾਂ ਨਹੀਂ ਤੁਸੀਂ ਜਿਹੜੀ ਧੂਆਂ ਹੀ ਬਣ ਗਈ ਉਹਨੂੰ ਦੁਬਾਰਾ ਮੋਮ ਬਣਾ ਕੇ ਤੇ ਅੱਗ ਲਾ ਲਓਗੇ, ਨਹੀਂ। ਇਹ ਕੀ ਆਪਣੇ ਕੋਲੇ ਕੈਮੀਕਲ ਚੇਂਜ। ਇਹ ਕੁਐਸਚਨ ਆਇਆ ਸੀ ਤੁਹਾਨੂੰ, ਮੋਮਬੱਤੀ ਵਾਲੇ 'ਚ ਕਨਫਿਊਜ਼ ਕੀਤਾ ਗਿਆ ਸੀ ਤੁਹਾਨੂੰ। ਹੁਣ ਮੈਂ ਇੱਕ ਹੋਰ ਚੀਜ਼ ਕਹੀ ਸੀਗੀ ਕਿ ਹੁਣੇ ਦੱਸ ਕੇ ਹਟਿਆ ਕਿ ਜਿਹੜੀ ਚੀਜ਼ 'ਚ ਆਪਣੇ ਕੋਲ ਕੀ ਆ ਗਿਆ, ਜਲਣਾ ਆ ਗਿਆ ਜਾਂ ਬਲਣਾ ਆ ਗਿਆ, ਉਹ ਕੈਮੀਕਲ ਕੀ ਹੁੰਦਾ ਆਪਣੇ ਕੋਲੇ, ਉਹ ਹੁੰਦਾ ਆਪਣੇ ਕੋਲੇ ਕੈਮੀਕਲ ਚੇਂਜ। ਹੁਣ ਜੇ ਤੁਹਾਨੂੰ ਕਹਿ ਦੇਣ ਕਿ ਹੇਠ ਦਿੱਤਿਆਂ ਵਿੱਚੋਂ ਦੱਸੋ ਕਿ ਕੈਮੀਕਲ ਚੇਂਜ ਕਿਹੜਾ, ਮੰਨ ਲਓ ਇਹ ਅਗਲੇ ਵਾਲੀ ਕੁਐਸਚਨ ਆ ਗਿਆ, ਲਓ ਪੱਕਾ ਹੀ ਆ ਗਿਆ, ਠੀਕ ਹੈ। ਹੁਣ ਉਹਦੇ ਵਿੱਚ ਆਪਸ਼ਨ ਇੱਕ ਦਿੱਤੀ ਹੈ ਤੁਹਾਨੂੰ, ਬਾਕੀ ਤਿੰਨ ਅਲੱਗ-ਅਲੱਗ ਦਿੱਤੀਆਂ, ਪਰ ਇੱਕ ਕੀ ਦਿੱਤੀ ਹੈ ਕਿ ਬੱਲਬ ਦਾ ਜਲਣਾ। ਹੁਣ ਤੁਸੀਂ ਬਹੁਤ ਬੱਚਿਆਂ ਨੇ ਕੀ ਕਰਨਾ ਸੀਗਾ ਕਿ ਇਹਦੇ ਤੇ ਆਨਸਰ ਲਾ ਜਾਣਾ ਸੀ, ਪਰ ਇਹ ਕੀ ਹੈ ਆਪਣੇ ਕੋਲੇ ਫਿਜ਼ੀਕਲ ਚੇਂਜ ਹੈ। ਕਿਉਂਕਿ ਹੁਣ ਦੇਖੋ ਬਟਨ ਲੱਗਿਆ ਨਾ, ਭਲਾਂ ਦੀ ਹੁਣੇ ਉੱਠ ਕੇ ਬਟਨ ਔਨ ਕਰਕੇ ਤੁਹਾਡੇ ਜੇ ਬੱਲਬ ਲੱਗਿਆ ਤਾਂ ਉਹਨੂੰ ਕੀ ਕਰ ਲਓ, ਔਨ ਕਰ ਲਓ, ਉਹ ਕੀ ਹੋ ਗਿਆ, ਬੱਲਬ ਜਲ ਗਿਆ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੈ, ਬਟਨ ਬੰਦ ਕਰੋਗੇ ਤਾਂ ਬੱਲਬ ਕੀ ਹੋ ਗਿਆ, ਆਫ ਹੋ ਗਿਆ। ਪਹਿਲਾਂ ਕੀ ਸੀ, ਆਫ ਸੀ, ਫਿਰ ਉਹਨੂੰ ਆਪਾਂ ਔਨ ਕਰ ਸਕਦੇ ਹਾਂ, ਉਹਦੀ ਸਟੇਟ ਆਪਾਂ ਉਹਨੂੰ ਰਿਵਰਸ ਕਰ ਸਕਦੇ ਹਾਂ, ਠੀਕ ਹੈ। ਜਲ ਕੀ ਰਿਹਾ, ਇਲੈਕਟ੍ਰਿਸਿਟੀ ਚੱਲ ਕੀ ਰਹੀ ਹੈ, ਇਲੈਕਟ੍ਰਿਸਿਟੀ ਨਾਲ ਵਰਕ ਕਰ ਰਿਹਾ, ਪਰ ਬਲਬ ਕੀ ਹੈ, ਇੱਕ ਉਹ ਆਪਣਾ ਫਿਜ਼ੀਕਲ ਚੇਂਜ ਦਿਖਾ ਰਿਹਾ, ਕਦੇ ਔਨ ਹੋ ਰਿਹਾ, ਕਦੇ ਆਫ ਹੋ ਰਿਹਾ, ਕਦੇ ਔਨ ਹੋ ਰਿਹਾ, ਫਿਰ ਆਫ ਹੋ ਰਿਹਾ, ਫਿਰ ਔਨ ਹੋ ਰਿਹਾ। ਇਹਨੂੰ ਕੀ ਕਹਾਂਗੇ ਆਪਾਂ, ਫਿਜ਼ੀਕਲ ਚੇਂਜ। ਬਸ ਇਹ ਨਹੀਂ ਕਨਸੈਪਟ ਸੀਗਾ ਫਿਜ਼ੀਕਲ ਤੇ ਕੈਮੀਕਲ ਚੇਂਜ ਵਾਲਾ, ਜ਼ਿਆਦਾ ਨਾ ਦਿਮਾਗ ਚਲਾਉਣ ਦੇ ਵਿੱਚ, ਬਸ ਥੋੜਾ ਯਾਦ ਰੱਖਣਾ ਤੁਸੀਂ
ਕਿ ਹੁੰਦੇ ਕੀ ਹੈ, ਰਿਵਰਸੀਬਲ ਹੋ ਗਏ ਨਹੀਂ ਹੋਏ, ਨਵੀਂ ਚੀਜ਼ ਫਾਰਮ। ਜਦੋਂ ਕੈਮੀਕਲ ਚੇਂਜ ਹੋਊਗਾ ਨਾ ਹਮੇਸ਼ਾ ਇੱਕ ਨਵੀਂ ਚੀਜ਼ ਬਣੂਗੀ। ਜਿਵੇਂ ਕਾਗਜ਼ ਨੂੰ ਅੱਗ ਲਾ ਕੇ ਰਾਖ ਬਣ ਗਈ, ਰਾਖ ਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ, ਪਰ ਰਾਖ ਬਣ ਗਈ, ਉਹ ਕੀ ਹੈ, ਕੈਮੀਕਲ ਚੇਂਜ ਆਊਗਾ। ਕਲੀਅਰ ਹੈ। ਹੁਣ ਆਪਾਂ ਚੱਲਦੇ ਹਾਂ ਕਿ ਟਾਈਪਸ ਆਫ ਕੈਮੀਕਲ ਰਿਐਕਸ਼ਨ। ਇਹਦੇ ਵਿੱਚੋਂ ਦੋ ਆਈ ਥਿੰਕ ਇੱਕ ਕਿ ਦੋ ਕੁਐਸਚਨ ਆਏ ਸੀਗੇ ਤੁਹਾਨੂੰ, ਜਿਹੜੇ ਬੱਚੇ ਗਲਤ ਕਰਕੇ ਆਏ ਸੀਗੇ। ਠੀਕ ਹੈ, ਇਹਦੇ ਵਿੱਚੋਂ ਬਹੁਤ ਸਾਰੇ ਸੀ ਜਿਹੜੇ ਬੱਚੇ ਗਲਤ ਕਰਕੇ ਆਏ ਸੀਗੇ, ਤਾਂ ਮੈਂ ਤੁਹਾਨੂੰ ਦੱਸਦਾ ਹੁਣ ਕੀ ਆਊਗਾ ਇਹਦੇ ਵਿੱਚੋਂ। ਸੌਖੀਆਂ ਕਰਾਉਂਗਾ, ਜ਼ਿਆਦਾ ਨਹੀਂ ਆਪਾਂ ਭੱਜਣਾ ਕਿਤੇ ਵੀ। ਫਸਟ ਕੀ ਆਊਗੀ ਆਪਣੇ ਕੋਲੇ, ਫਸਟ ਆਪਾਂ ਮੰਨ ਕੇ ਚਲੋ ਕੰਬੀਨੇਸ਼ਨ ਰਿਐਕਸ਼ਨ। ਸੌਖੀਆਂ ਕਰਾਉਂਗਾ ਮੈਂ, ਤਾਂ ਹੀ ਸੋਚ ਕੇ ਕੰਬੀਨੇਸ਼ਨ ਰਿਐਕਸ਼ਨ। ਠੀਕ ਹੈ, ਹੁਣ ਜਿਹੜੇ ਨਾਮ ਸੁਣ ਕੇ ਨਾ ਐ ਲੱਗੂਗਾ ਕਿ ਬਸ ਸਾਡਾ ਤਾਂ ਜਿਹੜਾ ਉੱਤੋਂ ਟੱਪ ਗਿਆ ਸਾਰਾ ਕੁਝ, ਸਾਨੂੰ ਨਹੀਂ ਕੁਝ ਸਮਝ ਆ ਰਿਹਾ। ਹੁਣ ਦੇਖੋ ਜੇ ਸਮਝਾਉਣ ਨੂੰ ਮੈਂ ਬੈਠਾ, ਬਸ ਤੁਸੀਂ ਸਮਝਣਾ। ਠੀਕ ਹੈ, ਤੁਸੀਂ ਸਿਰਫ ਤੇ ਸਿਰਫ ਸਮਝਣਾ। ਹੁਣ ਇਹਦੇ ਵਿੱਚ ਕੀ ਹੈ, ਡੀਕੰਪੋਜੀਸ਼ਨ ਰਿਐਕਸ਼ਨ। ਡੀਕੰਪੋਜੀਸ਼ਨ ਰਿਐਕਸ਼ਨ ਇੱਕ ਆਪਾਂ ਕਰ ਲਾਂਗੇ ਡਿਸਪਲੇਸਮੈਂਟ ਰਿਐਕਸ਼ਨ, ਇੱਕ ਆਪਾਂ ਕਰ ਲਾਂਗੇ ਡਬਲ ਡਿਸਪਲੇਸਮੈਂਟ ਰਿਐਕਸ਼ਨ। ਬਸ ਇਹ ਕਰੀ, ਜੇ ਹੋਰ ਕੋਈ ਕਰਨੀ ਹੋਈ ਤਾਂ ਮੈਨੂੰ ਦੱਸ ਦਿਓ। ਡਬਲ ਡਿਸਪਲੇਸਮੈਂਟ ਰਿਐਕਸ਼ਨ। ਹੁਣ ਬਹੁਤ ਸਾਰੇ ਦਿਮਾਗ 'ਚ ਜਿਨ੍ਹਾਂ ਨੇ ਨਹੀਂ ਇਹ ਕਨਸੈਪਟ ਨੂੰ ਕਲੀਅਰ ਕੀਤਾ, ਤਾਂ ਬਹੁਤ ਸਾਰੇ ਬੱਚਿਆਂ ਦਾ ਕੀ ਹੈ, ਇਹ ਹੋਊਗਾ ਕਿ ਸਰ ਕੀ ਚੀਜ਼ਾਂ ਹੈ, ਕਿਹੜੀਆਂ ਚੀਜ਼ਾਂ, ਸਾਨੂੰ ਕੁਝ ਨਹੀਂ ਪਤਾ। ਠੀਕ ਹੈ, ਸਮਝ ਲਓ ਬਸ। ਇਸ ਤੋਂ ਪਹਿਲਾਂ ਕੰਬੀਨੇਸ਼ਨ ਰਿਐਕਸ਼ਨ ਤੋਂ ਪਹਿਲਾਂ ਇੱਕ ਚੀਜ਼ ਹੈ, ਛੋਟੀ ਜਿਹੀ, ਜਿਹੜੀ ਤੁਹਾਨੂੰ ਸਮਝ ਨਹੀਂ ਪੈਣੀ ਹੈ, ਫਿਰ ਉਸ ਤੋਂ ਬਾਅਦ ਸਾਰਾ ਕੁਝ ਸਮਝ ਆ ਜਾਊਗਾ। ਹੁਣ ਦੇਖੋ ਆਪਣੇ ਕੋਲ ਕੀ ਹੈ, ਮੈਂ ਐਕਸਪਲੇਨ ਕੱਲ ਕਰ ਦੂੰਗਾ। ਠੀਕ ਹੈ, ਪਰ ਆਹ ਚੀਜ਼ ਸਮਝ ਲਓ, ਇੱਕ ਹੈ ਆਪਣੇ ਕੋਲ ਰਿਐਕਟੈਂਟਸ ਤੇ ਇੱਕ ਹੁੰਦੇ ਆਪਣੇ ਕੋਲੇ ਪ੍ਰੋਡਕਟਸ ਜਾਂ ਪ੍ਰੋਡਕਟ ਕਹਿ ਲਓ ਜਾਂ ਰਿਐਕਟੈਂਟ ਕਹਿ ਲਓ, ਰਿਐਕਟੈਂਟਸ ਕਹਿ ਲਓ, ਪ੍ਰੋਡਕਟਸ ਕਹਿ ਲਓ। ਬਸ ਉਹ ਵਚਨ ਵਾਲਾ ਹਿਸਾਬ ਹੈ ਕਿ ਇੱਕ ਵਚਨ ਤੇ ਬਹੁ ਵਚਨ। ਹੁਣ ਹੁੰਦੇ ਕਿਹੜੇ ਆ, ਮੰਨ ਲਓ ਆਪਣੇ ਕੋਲ ਫਿਰ ਸੌਖੀ ਐਗਜ਼ਾਮਪਲ ਉਹੀ H2 + O2, ਆਪਣੇ ਕੋਲ ਕੀ ਬਣ ਗਿਆ, H2O। ਠੀਕ ਹੈ, ਇਹ ਬਣ ਗਿਆ ਆਪਣੇ ਕੋਲੇ। ਹੁਣ ਦੇਖੋ ਜੇ ਤੁਹਾਨੂੰ ਪੁੱਛ ਲੇ ਕਿ ਉੱਪਰ ਦਿੱਤੀ ਰਿਐਕਸ਼ਨ ਵਿੱਚੋਂ, ਠੀਕ ਹੈ, ਜਾਂ ਇਕੁਏਸ਼ਨ, ਕੈਮੀਕਲ ਇਕੁਏਸ਼ਨ ਵਿੱਚੋਂ ਦੱਸੋ ਕਿ ਰਿਐਕਟੈਂਟਸ ਕਿਹੜੇ ਆ, ਉੱਥੇ ਆਪਸ਼ਨ ਆ ਜਾਣ ਆਪਣੇ ਕੋਲ H2, ਆਪਸ਼ਨ B ਆ ਜੇ O2, ਆਪਸ਼ਨ C ਆ ਜੇ ਬੋਥ, ਤੇ D ਆ ਜੇ ਆਪਣੇ ਕੋਲੇ H2O। ਤਾਂ ਆਪਣਾ ਰਾਈਟ ਆਨਸਰ ਕੀ ਆਊਗਾ, ਰਾਈਟ ਆਨਸਰ ਆਊਗਾ C। ਹਮੇਸ਼ਾ ਜਿਹੜੇ ਲੈਫਟ ਵਾਲਾ ਰਿਐਕਸ਼ਨ ਹੋਈ ਜਾਂਦਾ ਨਾ ਆਪਣਾ, ਉਹਨੂੰ ਕਹਿੰਦੇ ਆਪਾਂ ਰਿਐਕਟੈਂਟਸ। ਠੀਕ ਹੈ, ਜਿਹੜੇ ਰਿਐਕਟ ਕਰ ਰਹੇ ਆ, ਤੇ ਜਿਹੜੇ ਰਾਈਟ ਤੇ ਰਿਐਕਸ਼ਨ ਹੋਈ ਜਾਂਦਾ ਉਹਨੂੰ ਕੀ ਕਹਿੰਦੇ ਆ, ਪ੍ਰੋਡਕਟ, ਕਿ ਨਵੀਂ ਚੀਜ਼ ਕਿਹੜੀ ਬਣ ਕੇ ਤਿਆਰ ਹੋਈ ਹੈ। ਇਹ ਹੁੰਦੇ ਆ ਰਿਐਕਟੈਂਟਸ ਤੇ ਪ੍ਰੋਡਕਟ। ਕਲੀਅਰ ਹੋ ਗਿਆ ਹੁਣ ਇਹਨਾਂ ਕਿ ਰਿਐਕਟੈਂਟ ਕਿਹੜੇ ਹੁੰਦੇ ਆ ਤੇ ਪ੍ਰੋਡਕਟ ਕਿਹੜੇ ਹੁੰਦੇ ਆ। ਹੁਣ ਇੱਥੋਂ ਤੁਹਾਨੂੰ ਥੋੜਾ ਜਿਹਾ ਟੇਢਾ ਕਰਕੇ ਵੀ ਕੁਐਸਚਨ ਪੁੱਛ ਸਕਦੇ ਆ ਕਿ ਲੈਫਟ ਰਿਐਕਸ਼ਨ ਵਾਲੇ ਕਿਹੜੇ ਹੁੰਦੇ ਆ, ਤਾਂ ਤੁਹਾਨੂੰ ਕੀ, ਤੁਸੀਂ ਕੀ ਦੱਸਣਾ ਕਿ ਰਿਐਕਟੈਂਟਸ ਹੁੰਦੇ ਆ। ਜੇ ਪੁੱਛ ਲੈ ਰਾਈਟ ਵਾਲੇ ਕਿਹੜੇ ਹੁੰਦੇ, ਤਾਂ ਹੁੰਦੇ ਆ ਪ੍ਰੋਡਕਟ। ਇੱਕ ਤੋਂ ਜ਼ਿਆਦਾ ਵੀ ਹੋ ਸਕਦੇ, ਜਿਵੇਂ ਹੁਣ ਆਪਾਂ ਜ਼ਿਆਦਾ ਹੀ ਹੈ ਨਾ, ਇਹ ਜ਼ਰੂਰੀ ਨਹੀਂ ਕਿ ਜਿਹੜਾ ਆਪਣੇ ਰਾਈਟ ਵਾਲੀ ਰਿਐਕਸ਼ਨ ਹੋਈ ਜਾਂਦੀ ਆ ਉਹਦੇ ਵਿੱਚ ਇੱਕ ਹੀ ਹੋਊਗਾ, ਉਹਦੇ ਵਿੱਚ ਇਹ ਵੀ ਹੋ ਸਕਦਾ। ਆਪਣੇ ਕੋਲੇ ਮੰਨ ਕੇ ਚੱਲੋ, ਹੁਣ ਤੁਹਾਨੂੰ ਇਹਦੇ ਵਿੱਚ ਐਗਜ਼ਾਮਪਲ ਦੇ ਦਿੰਦਾ ਮੈਂ, ਦੋ ਵੀ ਹੋ ਸਕਦੇ ਆ। ਠੀਕ ਹੈ, ਦੋ ਵੀ ਹੋ ਸਕਦੇ ਆ, ਕਿਹੜੇ ਉਹ ਹਜੇ ਮੇਰੇ ਦਿਮਾਗ 'ਚ ਨਹੀਂ ਆ ਰਹੀ ਕਿ ਤੁਹਾਨੂੰ ਇਕੁਏਸ਼ਨ ਕਿਹੜੀ ਬਣਾ ਕੇ ਦਿਖਾਵਾਂ, ਪਰ ਇਹ ਦੋ ਵੀ ਹੋ ਸਕਦੇ ਆ। ਮੰਨ ਲਓ CH4 + O2, ਠੀਕ ਹੈ, NC + Cl, ਇਹ ਜਿਹੜੇ ਕਹਿ ਲਓ ਇਹਦੇ ਵਿੱਚ ਪ੍ਰੋਡਕਟ ਕਿਹੜੇ, ਦੋਨੋਂ ਹੀ ਪ੍ਰੋਡਕਟ ਹੈ। ਠੀਕ ਹੈ, ਕਿਹੜੀ ਚੀਜ਼ ਬਣੀ ਹੈ, ਦੋਨੋਂ ਹੀ ਬਣੇ। ਇਹ ਕਦੋਂ ਬਣਨਗੇ, ਹੁਣ ਤੁਸੀਂ ਕਹੋਗੇ ਕਿ ਸਰ ਇਹ ਅਲੱਗ-ਅਲੱਗ ਕਿਵੇਂ ਬਣ ਗਏ, ਉਦੋਂ ਬਣਨਗੇ ਜਦੋਂ ਆਪਣੇ ਕੋਲੇ ਜਿਹੜੀ ਰਿਐਕਸ਼ਨ ਦੀ ਇੱਕ ਵਾਲੀ ਟਾਈਪ ਹੋਊਗੀ, ਡੀਕੰਪੋਜੀਸ਼ਨ ਰਿਐਕਸ਼ਨ ਹੋਊਗਾ। ਠੀਕ ਹੈ, ਇਹ ਮੈਂ ਦੱਸਦਾ ਹੁਣੇ ਡਿਟੇਲ 'ਚ, ਇਹਨਾਂ ਦੀ ਡੈਫੀਨੇਸ਼ਨ ਦੱਸ ਦਿੰਦਾ। ਰਿਐਕਟੈਂਟਸ ਤੇ ਪ੍ਰੋਡਕਟ ਕਲੀਅਰ ਹੋ ਗਏ ਸਾਰਿਆਂ ਨੂੰ ਕਿ ਰਿਐਕਟੈਂਟ ਹੁੰਦੇ ਲੈਫਟ ਵਾਲੇ, ਪ੍ਰੋਡਕਟ ਹੁੰਦੇ ਆ ਜਿਹੜੀ ਚੀਜ਼ ਆਪਣੇ ਕੋਲ ਤਿਆਰ ਹੋ ਕੇ ਆਉਂਦੀ। ਹੁਣ ਜਿਵੇਂ ਹੁਣ ਤੁਸੀਂ ਕੀ ਲੈ ਲਿਆ, ਧਾਗਾ ਲੈ ਲਿਆ ਤੇ ਪਲੱਸ ਮਸ਼ੀਨ 'ਚ ਪਾਤਾ ਉਹਨੂੰ, ਇਹ ਕੀ ਹੈ ਆਪਣੇ ਕੋਲੇ, ਰਿਐਕਟ
ਰਿਐਕਟੈਂਟਸ, ਠੀਕ ਹੈ। ਉਸ ਤੋਂ ਬਾਅਦ ਪ੍ਰੋਡਕਟ ਕੀ ਬਣਿਆ ਆਪਣੇ ਕੋਲੇ, ਕੱਪੜਾ ਬਣਿਆ, ਠੀਕ ਹੈ। ਜਿਹੜਾ ਕੱਪੜਾ ਕੀ ਹੋ ਗਿਆ ਪ੍ਰੋਡਕਟ ਹੋ ਗਿਆ। ਜਿਵੇਂ ਕਹਿੰਦੇ ਨੇ ਸਰ ਤੁਹਾਡੇ ਪ੍ਰੋਡਕਟ ਕਿੰਨੇ ਵਧੀਆ, ਮਤਲਬ ਉਹਨਾਂ ਦੀ ਫਾਈਨਲਾਈਜ਼ ਹੋ ਗਈ ਚੀਜ਼ ਕਿ ਤੁਹਾਡੇ ਸਾਹਮਣੇ ਬਣ ਕੇ ਪੇਸ਼ ਹੋ ਗਈ, ਠੀਕ ਹੈ। ਉਹਨੂੰ ਪ੍ਰੋਡਕਟ ਕਹਿੰਦੇ। ਜਿਵੇਂ ਕਹਿ ਨਹੀਂ ਦਿੰਦੇ ਕਿ ਇਸ ਕੰਪਨੀ ਦੇ ਪ੍ਰੋਡਕਟ ਬਹੁਤ ਵਧੀਆ ਆਉਂਦੇ। ਪ੍ਰੋਡਕਟ ਮਤਲਬ ਕਿ ਉਹ ਚੀਜ਼ ਕੰਪਨੀ ਨੇ ਬਣਾਈ ਹੈ, ਕਿੰਦੇ ਤੋਂ ਬਣਾਈ ਹੈ, ਉਹ ਰਿਐਕਟੈਂਟਸ ਨੂੰ ਮਿਲਾ ਕੇ ਬਣਾਈ ਹੈ। ਉਹ ਰਿਐਕਟੈਂਟਸ ਕੋਈ ਵੀ ਹੋ ਸਕਦੇ ਆ, ਭਲਾਂ ਦੀ ਉਹ ਪਾਣੀ ਹੋਵੇ, ਭਲਾਂ ਦੀ ਉਹ ਗੈਸ ਹੋਵੇ, ਭਲਾਂ ਦੀ ਉਹ ਕੋਈ ਹੋਰ ਮਟੀਰੀਅਲ ਹੋਵੇ, ਠੀਕ ਹੈ। ਚਲੋ ਹੁਣ ਚੱਲਦੇ ਹਾਂ ਆਪਾਂ ਅੱਗੇ। ਹੁਣ ਆ ਗਿਆ ਆਪਣੇ ਕੋਲ ਕੈਮੀਕਲ ਰਿਐਕਸ਼ਨ ਦੀ ਟਾਈਪ। ਫਸਟ ਕੀ ਹੈ, ਕੰਬੀਨੇਸ਼ਨ ਰਿਐਕਸ਼ਨ। ਜਮਾ ਸੌਖੇ ਤਰੀਕੇ ਨਾਲ ਦੱਸੂਗਾ, ਸਿਰਫ ਧਿਆਨ ਦੇਣਾ, ਠੀਕ ਹੈ। ਸਿਰਫ ਤੇ ਸਿਰਫ ਤੁਸੀਂ ਥੋੜਾ ਜਿਹਾ ਧਿਆਨ ਦੇਣਾ ਕਿ ਇਹਦੇ ਵਿੱਚ ਹੈ ਕੀ। ਫਸਟ ਕੀ ਹੈ ਆਪਣੇ ਕੋਲੇ, ਕੰਬੀਨੇਸ਼ਨ। ਕੰਬੀਨੇਸ਼ਨ ਦਾ ਮਤਲਬ ਕੀ ਹੁੰਦਾ, ਕੰਬੀਨੇਸ਼ਨ ਦਾ ਮਤਲਬ ਹੁੰਦਾ ਕੋਈ ਚੀਜ਼ ਨੂੰ ਕੰਬਾਈਨ ਕਰਨਾ ਆਪਾਂ, ਠੀਕ ਹੈ। ਕੋਈ ਵੀ ਚੀਜ਼ ਨੂੰ ਆਪਾਂ ਕੰਬਾਈਨ ਕਰਨਾ। ਮੈਂ ਜਿਹੜਾ ਰੱਟੇ ਵਾਲੀ ਥਿਊਰੀ ਨਹੀਂ ਪੜਾਉਣ ਵਾਲਾ, ਮੈਂ ਸਿਰਫ ਤੇ ਸਿਰਫ ਦੱਸੂਗਾ, ਉਹ ਵੀ ਕੋਈ ਉਹ ਨਹੀਂ ਵੱਡੇ ਤਰੀਕੇ ਨਾਲ, ਸੌਖੇ ਤਰੀਕੇ ਨਾਲ। ਹੁਣ ਇਹਦੇ ਵਿੱਚ ਕੀ ਹੈ, A plus B ਰਿਐਕਟੈਂਟ ਹੈ ਦੋਨੇ, ਇਹਨਾਂ ਨੇ ਇੱਕ ਤੀਜੀ ਚੀਜ਼ ਬਣਾਤੀ C, ਠੀਕ ਹੈ। ਇਹ ਆਪਣੇ ਕੋਲ ਕਿਹੜਾ ਰਿਐਕਸ਼ਨ ਹੈ, ਜੇ ਤੁਹਾਨੂੰ ਪੁੱਛ ਲੈਣ, ਇਹ ਹੈਗਾ ਕੰਬੀਨੇਸ਼ਨ ਰਿਐਕਸ਼ਨ। ਇੱਥੋਂ ਇਹਦੀ ਥਿਊਰੀ ਕੀ ਨਿਕਲ ਕੇ ਆਉਂਦੀ ਹੈ ਆਪਣੇ ਕੋਲੇ ਕਿ ਕੰਬੀਨੇਸ਼ਨ ਰਿਐਕਸ਼ਨ ਉਹ ਹੁੰਦਾ ਹੈ ਦੋ ਚੀਜ਼ਾਂ ਤੋਂ ਬਣ ਕੇ, ਦੋ ਚੀਜ਼ਾਂ ਨੂੰ ਮਿਲ ਕੇ ਇੱਕ ਤੀਜੀ ਚੀਜ਼, ਸਿਰਫ ਇੱਕ ਚੀਜ਼, ਸਿਰਫ ਇੱਕ ਚੀਜ਼, ਇਸ ਚੀਜ਼ ਦਾ ਧਿਆਨ ਰੱਖਣਾ, ਸਿਰਫ ਇੱਕ ਪ੍ਰੋਡਕਟ ਬਣੂਗਾ, ਉਹਨੂੰ ਕਵਾਂਗੇ ਕੰਬੀਨੇਸ਼ਨ ਰਿਐਕਸ਼ਨ। ਦੋ ਪ੍ਰੋਡਕਟ ਨਹੀਂ ਬਣਨਗੇ, ਉਹ ਬਣੂਗਾ ਇੱਕ ਪ੍ਰੋਡਕਟ, ਉਹਨੂੰ ਕਵਾਂਗੇ ਆਪਾਂ ਮੇਨ ਕੰਬੀਨੇਸ਼ਨ ਰਿਐਕਸ਼ਨ, ਠੀਕ ਹੈ। ਹੁਣ ਚੱਲਦੇ ਆਪਾਂ ਅੱਗੇ। ਡੀਪੋਜੀਸ਼ਨ ਆਪਣਾ ਰਿਐਕਸ਼ਨ ਹੈਗਾ, ਡੀਕੰਪੋਜੀਸ਼ਨ, ਠੀਕ ਹੈ। ਇਹਦੇ ਵਿੱਚ ਕੀ ਹੈ, C ਤੋਂ ਕੀ ਬਣਾਇਆ ਸੀ ਆਪਾਂ, AB ਤੋਂ C ਬਣਾਈ ਸੀ ਨਾ। ਹੁਣ C ਦੇ ਵਿੱਚ ਕੀ ਹੈ, A ਤੇ B। ਇਹ ਰਿਐਕਸ਼ਨ ਕਿਹੜਾ ਹੋ ਗਿਆ, ਡੀਕੰਪੋਜੀਸ਼ਨ ਰਿਐਕਸ਼ਨ। ਹੁਣ ਸਰ ਇਹ ਕੀ ਕਰਤਾ ਤੁਸੀਂ, ਸਿਰਫ ਤੇ ਸਿਰਫ ਇਹਨੂੰ ਉਲਟਾਇਆ ਕਿ ਜੇ ਮੰਨ ਲਓ ਦੋ ਚੀਜ਼ਾਂ ਤੋਂ ਬਣੀ ਹੈ ਕੋਈ ਚੀਜ਼, ਹਨਾ, ਉਹਦੇ ਵਿੱਚੋਂ ਚੀਜ਼ਾਂ ਕੱਢ ਲਈਏ ਆਪਾਂ, ਉਹਨੂੰ ਕੀ ਕਵਾਂਗੇ, ਡੀਕੰਪੋਜੀਸ਼ਨ ਰਿਐਕਸ਼ਨ, ਠੀਕ ਹੈ। ਹੁਣ AB ਤੋਂ ਕੀ ਬਣਿਆ ਸੀ, C, ਤੇ ਹੁਣ ਮੈਂ ਕਿਹਾ ਜੀ ਮੈਨੂੰ ਪਸੰਦ ਨਹੀਂ ਆਇਆ ਇਹ, ਤੇ ਮੇਰੀ C ਦੇ ਵਿੱਚੋਂ ਤੁਸੀਂ ਮੇਰਾ AB ਕੱਢ ਕੇ ਵਾਪਸ ਦੇ ਦਿਓ, ਤਾਂ ਉਹ ਕਿਹੜਾ ਰਿਐਕਸ਼ਨ ਹੋ ਗਿਆ, ਡੀਕੰਪੋਜੀਸ਼ਨ ਰਿਐਕਸ਼ਨ, ਠੀਕ ਹੈ। ਇਹਨੂੰ ਕਵਾਂਗੇ ਡੀਕੰਪੋਜੀਸ਼ਨ ਰਿਐਕਸ਼ਨ। ਹੁਣ ਇਹਦੇ ਵਿੱਚੋਂ ਜਿੰਨੇ ਮਰਜ਼ੀ ਪ੍ਰੋਡਕਟ ਰਿਐਕਟੈਂਟਸ ਜਾਂ ਪ੍ਰੋਡਕਟ ਨਹੀਂ, ਇਹ ਹੁਣ ਦੇਖੋ ਇੱਕ ਚੀਜ਼ ਹੋਰ ਦੇਖੋ, ਇੱਥੇ AB ਕੀ ਸੀਗਾ, ਰਿਐਕਟੈਂਟ ਸੀਗਾ, ਤੇ ਇੱਥੇ AB ਕੀ ਬਣ ਗਿਆ, ਪ੍ਰੋਡਕਟ ਬਣ ਗਿਆ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜਿੱਥੇ ਤੁਹਾਨੂੰ ਐਗਜ਼ਾਮੀਨਰ ਕਨਫਿਊਜ਼ ਕਰ ਸਕਦਾ, ਠੀਕ ਹੈ। ਹੁਣ ਆ ਗਿਆ ਡਿਸਪਲੇਸਮੈਂਟ, ਅੱਗੇ ਵੀ ਕਰਾ ਦੂੰਗਾ, ਬੇਫਿਕਰ ਹੋ ਜਾਓ। ਜੇ ਤੁਸੀਂ ਇਹਨਾਂ ਦੀ ਆਪਾਂ ਉਦੋਂ ਕਰਾਂਗੇ ਜਦੋਂ MCQ ਕੀਤੇ ਕਿ ਹੇਠ ਲਿਖਿਆਂ ਵਿੱਚੋਂ ਦੱਸੋ ਡਬਲ ਡਿਸਪਲੇਸਮੈਂਟ ਰਿਐਕਸ਼ਨ ਕਿਹੜਾ, ਹੇਠ ਲਿਖਿਆਂ ਵਿੱਚੋਂ ਦੱਸੋ ਕਿਹੜਾ ਕੰਬੀਨੇਸ਼ਨ ਰਿਐਕਸ਼ਨ ਹੈ, ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਹੁਣ ਸਿਰਫ ਤੁਸੀਂ ਦਿਮਾਗ 'ਚ ਬਿਠਾ ਲਓ ਕਿ ਹੁੰਦੀਆਂ ਕਿ ਹੁਣ ਡਿਸਪਲੇਸਮੈਂਟ। ਹੁਣ AB ਨਾਲ ਫੇਰ ਆਪਾਂ ਚੱਲਦੇ ਹਾਂ। ਹੁਣ ਆਪਣੇ ਕੋਲ ਕੀ ਹੈ, ਇੱਕ ਹੈਗਾ A ਤੇ B, ਇੱਕ ਹੈਗਾ C, ਠੀਕ ਹੈ। ਉਹਦੇ ਤੋਂ ਬਣਿਆ ਕੀ, ਉਹਦੇ ਤੋਂ ਬਣਿਆ A plus B ਤੇ C। ਹੁਣ ਕੀ ਹੈ, ਹੁਣ ਇਹਦੇ ਵਿੱਚ ਕੀ ਹੈ, A ਦੇ ਨਾਲ ਪਹਿਲਾਂ ਕੀ ਸੀ, B ਸੀ, B ਕਹਿੰਦੀ ਵੀ ਮੈਨੂੰ A ਪਸੰਦ ਨਹੀਂ ਆਈ, ਤੇ ਉਹ ਕਿੰਦੇ ਕੋਲ ਚਲੀ ਗਈ, C ਕੋਲ ਚਲੀ ਗਈ। A ਕੀ ਰਹਿ ਗਿਆ, ਕੱਲਾ। ਜਿੰਦੇ ਵਿੱਚ ਜਿਹੜੀ ਰਿਐਕਸ਼ਨ ਦੇ ਵਿੱਚ, ਜਿਹੜੀ ਕੈਮੀਕਲ ਰਿਐਕਸ਼ਨ ਦੇ ਵਿੱਚ ਜਾਂ ਰਿਐਕਸ਼ਨ ਦੇ ਵਿੱਚ, ਠੀਕ ਹੈ, ਕੋਈ ਵੀ ਇੱਕ ਰਿਐਕਟੈਂਟ ਜਦੋਂ ਪ੍ਰੋਡਕਟ ਵਿੱਚ ਜਾਂਦਾ, ਠੀਕ ਹੈ, ਆਪਣੀ ਪੋਜੀਸ਼ਨ ਚੇਂਜ ਕਰ ਲੇ, ਜਾਂ ਹਾਂ ਬਸ ਇੰਨਾ ਯਾਦ ਰੱਖ ਲਓ ਕਿ ਆਪਣੀ ਪੋਜੀਸ਼ਨ ਚੇਂਜ ਕਰ ਲੇ, ਠੀਕ ਹੈ, ਉਹਨੂੰ ਕਵਾਂਗੇ ਡਿਸਪਲੇਸਮੈਂਟ ਰਿਐਕਸ਼ਨ, ਠੀਕ ਹੈ। ਪਰ ਡਿਸਪਲੇਸਮੈਂਟ ਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਹੈ, ਜਦੋਂ ਤੁਹਾਨੂੰ ਕੱਲਾ ਡਿਸਪਲੇਸਮੈਂਟ ਪੁੱਛਿਆ ਜਾਵੇ, ਕੱਲੇ ਡਿਸਪਲੇਸਮੈਂਟ ਦੇ ਵਿੱਚ ਇੱਕ ਚੀਜ਼ ਚੇਂਜ ਹੁੰਦੀ ਹੈ, ਠੀਕ ਹੈ। ਹੁਣ C ਦੇਖੋ, C ਦੇ ਨਾਲ B ਆਈ ਹੈ, ਤੇ ਪਹਿਲਾਂ C ਕੱਲਾ ਸੀ, ਹੁਣ A ਕੱਲਾ, ਠੀਕ ਹੈ। A ਨੇ ਆਪਣੀ ਜਗ੍ਹਾ ਨਹੀਂ ਚੇਂਜ ਕੀਤੀ, ਜਗ੍ਹਾ ਚ ਚੇਂਜ ਕੀਤੀ ਹੈ B ਨੇ, ਹੋਰ ਕਿਸੇ ਨੇ ਕੋਈ ਜਗ੍ਹਾ ਨਹੀਂ ਚੇਂਜ ਕੀਤੀ। ਹੁਣ ਆ ਗਿਆ ਡਬਲ ਡਿਸਪਲੇਸਮੈਂਟ ਰਿਐਕਸ਼ਨ। ਹੁਣ ਇਹਦੇ ਵਿੱਚ ਕੀ ਹੈ, ਆਪਣੇ ਕੋਲ AB ਤੇ CD, ਧਿਆਨ ਨਾਲ ਦੇਖਿਓ, ਇੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ। ਹੁਣ ਇਹਦੇ ਵਿੱਚ ਕੀ ਕੀਤਾ, A ਚਲਾ ਗਿਆ ਆਪਣਾ C ਕੋਲੇ, ਤੇ B ਚਲਾ ਗਿਆ D ਕੋਲੇ। ਇਹ ਆਪਣੇ ਕੀ ਆ ਗਏ, ਪ੍ਰੋਡਕਟ ਆ ਗਈ। ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਇਹ ਕਿਹੜਾ ਰਿਐਕਸ਼ਨ ਹੈ, ਇਹ ਆ ਗਿਆ ਆਪਣੇ ਕੋਲ ਡਬਲ ਡਿਸਪਲੇਸਮੈਂਟ ਰਿਐਕਸ਼ਨ। ਕਿਉਂ, ਕਿਉਂਕਿ ਪਹਿਲਾਂ ਕੀ ਸੀ, ਕੱਲੀ A ਨੇ ਜਗ੍ਹਾ ਚੇਂਜ ਕੀਤੀ ਸੀ। ਹੁਣ ਦੇਖੋ A ਨੇ ਲੈ ਲਈ ਜਗ੍ਹਾ C ਦੀ, ਠੀਕ ਹੈ, A ਨੇ C ਨਾਲ ਜਗ੍ਹਾ ਲੈ ਲਈ, ਤੇ ਉਸ ਤੋਂ ਬਾਅਦ B ਨੇ D ਨਾਲ ਜਗ੍ਹਾ ਲੈ ਲਈ। ਮਤਲਬ ਉਹ ਕਹਿੰਦਾ ਜੇ ਤੂੰ ਮੈਨੂੰ ਬਾਹਰ ਕੱਢਿਆ ਤਾਂ ਮੈਂ ਤੇਰੇ ਨਾਲ ਵਾਲੇ ਕੋਲ ਚਲਾ ਜਾਣਾ, ਦੂਸਰਾ ਕਹਿੰਦਾ ਜੇ ਤੂੰ ਮੈਨੂੰ ਬਾਹਰ ਕੱਢਿਆ ਮੈਂ ਤੇਰੇ ਨਾਲ ਵਾਲੇ ਕੋਲ ਚਲਾ ਜਾਣਾ। ਉਹ ਹੁੰਦਾ ਡਬਲ ਡਿਸਪਲੇਸਮੈਂਟ, ਆਪਣੀ ਜਗ੍ਹਾ ਚੇਂਜ ਕਰ ਲੈਣ, ਠੀਕ ਹੈ। ਜੇ ਇਕੱਲਾ ਇੱਕ ਜਣਾ ਜਗ੍ਹਾ ਚੇਂਜ ਕਰੇ, ਜਿਵੇਂ ਹੁਣ ਇੱਕ ਕਹਿੰਦਾ ਜੀ ਮੈਂ ਤਾਂ ਜੋੜੇ ਜਾਂ ਇਕੱਠਾ,
ਪਰ ਉਹ ਕਹਿੰਦਾ ਜੀ ਨਹੀਂ ਮੈਨੂੰ ਤਾਂ ਸੀ ਪਸੰਦ ਹੈ, ਤਾਂ ਬੀ ਇਹਦੇ ਕੋਲ ਚਲ ਗਿਆ, ਸੀ ਕੋਲ ਉਹ ਕੱਲਾ ਰਹਿ ਗਿਆ, ਇਹਨੇ ਕਿਸੇ ਦੀ ਜਗ੍ਹਾ ਨਹੀਂ ਲਈ ਜਾਂ ਕਿਸੇ ਦੀ ਜਗ੍ਹਾ ਚੇਂਜ ਨਹੀਂ ਕੀਤੀ, ਤੇ ਇਹ ਆ ਗਿਆ ਆਪਣੇ ਕੋਲੇ ਡਿਸਪਲੇਸਮੈਂਟ। ਆਈ ਥਿੰਕ ਸਫੀਸ਼ੀਐਂਟ ਹੈ ਇੰਨਾ। ਇਸ ਤੋਂ ਜ਼ਿਆਦਾ ਆਪਣੇ ਕੋਲ ਰਹਿ ਗਿਆ ਆਕਸੀਡੇਸ਼ਨ, ਰਿਡਕਸ਼ਨ, ਰਿਡੂਕਸ ਜਿਹੜਾ ਆਪਣਾ ਰਿਐਕਸ਼ਨ ਕੀ ਹੁੰਦਾ, ਠੀਕ ਹੈ। ਬਸ ਆ ਇੱਕ ਦੋ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਰਹਿ ਗਈਆਂ, ਉਹ ਕੱਲ ਕਰਾ ਕੇ ਨਾਲ ਦੀ ਨਾਲ ਤੁਹਾਨੂੰ ਮੈਂ ਕਰਾ ਦੂੰਗਾ ਐਮਸੀਕਿਊ, ਜਿੰਨੇ 30 40 ਜਿੰਨੇ ਵੀ ਆਪਣੇ ਹੋ ਸਕੇ ਉਹਦੇ ਵਿੱਚ ਇੱਕ ਲੈਕਚਰ ਦੇ ਵਿੱਚ ਤੁਹਾਡਾ ਚੈਪਟਰ ਇਹ ਕੰਪਲੀਟ ਹੋ ਜਾਣਾ। ਮੈਨੂੰ ਦੱਸ ਕੇ ਜ਼ਰੂਰ ਜਾਇਓ ਕਿ ਕਿਸੇ ਬੱਚੇ ਨੂੰ ਜਿਹੜੇ ਨੂੰ ਪਹਿਲਾਂ ਇਸ ਚੈਪਟਰ ਦੇ ਵਿੱਚ ਡਾਊਟ ਸੀ ਉਹਦੇ ਕੁਝ ਕਲੀਅਰ ਹੋਏ, ਠੀਕ ਹੈ, ਜਾਂ ਕਿਸੇ ਨੂੰ ਕੁਝ ਸਮਝ ਆਇਆ ਜਾਂ ਨਹੀਂ ਆਇਆ। ਮੈਨੂੰ ਸਾਰੀਆਂ ਚੀਜ਼ਾਂ ਕਮੈਂਟ ਕਰਕੇ ਪਲੀਜ਼ ਜ਼ਰੂਰ ਜਾਇਓ ਜਦੋਂ ਵੀਡੀਓ ਕੀ ਹੈ ਅਪਲੋਡ ਹੋਗੀ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ, ਬਹੁਤ ਬਹੁਤ ਧੰਨਵਾਦ।